ਸਿਮਰੋ ਅੰਗਦ ਦੁਖ ਨਿਕੰਦਨ ਅਮਰ ਦਾਸ ਗੁਰ ਹਿਰਦੈ ਧਿਆਵਉ ਹਿਰਦੈ ਧਿਆਵਉ। ਸ਼੍ਰੀ ਗੁਰ ਰਾਮਦਾਸ ਗੁਣ ਗਾਵਉ। ਸ਼੍ਰੀ ਅਰ ਜਨ ਵਿਘਨ ਕੇ ਨ ਸਕਾ ਵਿਘਨ ਕੇ ਨ ਸਕਾ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕਾ। ਸ਼੍ਰੀ ਹਰਿ ਰਾਏ ਨਾਮੋ ਕਰ ਜੋਰੇ ਨਾਮੋ ਕਰ ਜੋਰੇ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਹਾਰੋਂ ਤਹਾਰਾ ਭਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦਾਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਊਦਧ ਬੰਦਾਂ ਕਰ ਅਨੁਰਾਗਾ। ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਜੀ। ਅਜਰ ਜਰਨ ਧੀਰਜ ਧਰਨ ਧਰਮ ਨਿੰਦ ਅਮੰਦ। श्री अंगद पद पदम को नमः मुकुंद आनंद। अजर जरन धीरज धरन धरन मनंद अमंद। वाहिगुरु जी का खालसा वाहिगुरु जी की फतेह। ਪਾਵਨ ਭਗਤ ਵਛਲ ਕਰੁਣਾ ਨਿਧਾਨ ਜੁਗਾਹੋ ਜੁਗ ਅਟਲ। ਚਵਰ ਛਤਰ ਤਖਤ ਦੇ ਮਾਲਿਕ ਹਲਤ ਪਲਤ ਕੇ ਰਖਿਅਕ ਵਾਲੀਏ ਦੋ ਜਹਾਨ। ਸ਼ਬਦਾ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸੰਧਿਆ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਸਾਧ ਸੰਗਤ ਜੀ, ਜਿਸ ਤਰ੍ਹਾਂ ਕਿ ਕੱਲ ਦੇ ਦੀਵਾਨ ਦੇ ਵਿੱਚ
ਇਹ ਜੋ ਪਾਵਨ ਕਥਾ ਜੋ ਚੱਲ ਰਹੀ ਹੈ ਗੁਰਪ੍ਰਤਾਪ ਸੂਰਜ ਗ੍ਰੰਥ, ਜਿਹਦੇ ਰਚయిਤਾ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਚੂੜਾਮਣੀ ਜੀ ਹਨ। ਇਹਨਾਂ ਨੇ 11 ਜੋ ਰਾਸਾਂ ਜਿਹੜੀਆਂ 12 ਰਾਸਾਂ ਦੇ ਵਿੱਚ ਜੋ ਗੁਰਪ੍ਰਤਾਪ ਸੂਰਜ ਗ੍ਰੰਥ ਨੂੰ ਲਿਖਣਾ ਕੀਤਾ। ਤੇ ਇਸ ਤਰ੍ਹਾਂ ਇਹ ਰਾਸ ਜੋ ਹੈ 10ਵੀਂ ਰਾਤ ਸਮਾਪਤ ਹੋਈ ਹੈ ਤੇ 11ਵੀਂ ਰਾਸ ਕੱਲ੍ਹ ਦੇ ਦਿਨ ਆਰੰਭ ਹੋ ਚੁੱਕੀ ਹੈ। ਤੇ ਜਦੋਂ ਵੀ ਰਾਸ ਦੀ ਆਰੰਭਤਾ ਹੁੰਦੀ ਹੈ, ਜਿਸ ਤਰ੍ਹਾਂ ਸੂਰਜ ਇੱਕ ਰਾਸ਼ੀ ਤੋਂ ਨਿਕਲ ਕਰਕੇ ਜਦੋਂ ਦੂਜੀ ਰਾਸ਼ੀ ਦੇ ਵਿੱਚ ਪ੍ਰਵੇਸ਼ ਕਰਦਾ, ਜਿਹਨੂੰ ਆਪਾਂ ਸੰਕਰਾਂਤਰੀ ਬੋਲਦੇ ਹਾਂ, 12 ਵਾਰੀ ਇੱਕ ਸਾਲ ਦੇ ਵਿੱਚ ਸੂਰਜ ਰਾਸਾਂ ਬਦਲਦਾ ਹੈ। ਇਸ ਤਰ੍ਹਾਂ ਹੀ ਇਹ ਗੁਰਪ੍ਰਤਾਪ ਸੂਰਜ ਗ੍ਰੰਥ ਜੋ ਹੈ ਗੁਰੂ ਮਹਾਰਾਜ ਜੀ ਦੇ ਪ੍ਰਤਾਪ ਦਾ ਸੂਰਜ ਗ੍ਰੰਥ ਹੈ। ਸੂਰਜ ਦੀ ਗਤੀ ਮੁਤਾਬਕ ਇਸ ਗ੍ਰੰਥ ਨੂੰ ਕਵੀ ਰਾਜ ਜੀ ਨੇ ਲਿਖਣਾ ਕੀਤਾ। 11ਵੀਂ ਰਾਸ ਆਰੰਭ ਹੋ ਚੁੱਕੀ ਹੈ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਅਕਾਲ ਪੁਰਖ ਪਰਮਾਤਮਾ, ਉਹ ਤੋਂ ਬਾਅਦ ਉਹਦੀ ਸ਼ਕਤੀ ਜਿਹੜੀ ਹੈ, ਜਿਹਨੂੰ ਆਪਾਂ ਮਾਇਆ ਕਹਿ ਸਕਦੇ ਹਾਂ, ਸਰਸਵਤੀ ਬੋਲੋ, ਚੰਡਕਾ ਬੋਲੋ, ਕਾਲਕਾ ਬੋਲੋ, ਭਗਉਤੀ ਬੋਲੋ, ਉਸ ਸ਼ਕਤੀ ਦਾ ਮੰਗਲ ਕਰਨਾ ਕੀਤਾ। ਉਸ ਤੋਂ ਬਾਅਦ ਆਦ ਨਿਰੰਜਨ ਹੈ ਗੁਰੂ ਨਾਨਕ ਧਾਰ ਕੈ ਮੂਰਤ ਹੈ ਜਗ ਆਇਓ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਮੰਗਲਾਚਰਨ ਕਰਨਾ ਕੀਤਾ। ਹੁਣ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਮੰਗਲਾਚਰਨ। ਇਸ ਤਰ੍ਹਾਂ ਹੀ ਸਾਰੀਆਂ ਪਾਤਸ਼ਾਹੀਆਂ ਜਿਹੜੀਆਂ ਹਨ ਉਹਨਾਂ ਦਾ ਮੰਗਲਾਚਰਨ ਆਵੇਗਾ। ਉਸ ਤੋਂ ਬਾਅਦ ਪਾਵਨ ਲੜੀਵਾਰ ਕਥਾ ਇਤਿਹਾਸ ਦੀ ਉਹ ਆਰੰਭ ਹੋਵੇਗੀ। ਆਓ ਸਾਧ ਸੰਗਤ ਜੀ, ਕਵੀ ਰਾਜ ਜੀ ਜੋ ਸਤਿਗੁਰੂ ਮਹਾਰਾਜ ਜੀ ਦਾ ਮੰਗਲ ਕਰਕੇ ਪਾਤਸ਼ਾਹ ਜੀ ਦਾ ਜਸ ਕਰ ਰਹੇ ਹਨ, ਉਹਦੀ ਵਿਚਾਰ ਨੂੰ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਦਰ ਘਰ ਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦਿਆਂ ਹੋਇਆ ਪ੍ਰੇਮ ਅਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਅਜਰ ਜਰਨ ਧੀਰਜ ਧਰਨ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਕਵੀ ਰਾਜ ਜੀ ਮੰਗਲਾਚਰਨ ਕਰ ਰਹੇ ਹਨ, ਸਤਿਗੁਰਾਂ ਦਾ ਜਸ ਕਰ ਰਹੇ ਹਨ, ਸਤਿਗੁਰੂ ਮਹਾਰਾਜ ਜੀ ਦੀ ਉਸਤੁਤੀ ਦਾ ਗਾਇਨ ਕਰ ਰਹੇ ਹਨ। ਕਵੀ ਰਾਜ ਜੀ ਨੇ ਬਚਨ ਕਰਨਾ ਕੀਤਾ ਕਿ ਅਜਰ ਜਰਨ, ਕਿ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਜਿਹੜੀਆਂ ਸ਼ਕਤੀਆਂ ਨੂੰ ਆਪਾਂ ਜਰ ਕੇ ਨਹੀਂ ਰੱਖ ਸਕਦੇ ਹਾਂ, ਉਸ ਸ਼ਕਤੀ ਨੂੰ ਮਹਾਰਾਜ ਜੀ ਨੇ ਜਰ ਕੇ ਰੱਖ ਲੈਣਾ ਕੀਤਾ। ਆਪਣੀ ਸ਼ਕਤੀ ਨੂੰ ਪ੍ਰਗਟ ਨਹੀਂ ਕਰਨਾ ਕੀਤਾ। ਅਜਰ ਜਰਨ ਦਾ ਮਤਲਬ ਹੁੰਦਾ ਕਿ ਜਿਸ ਤਰ੍ਹਾਂ ਸਾਧ ਸੰਗਤ ਜੀ ਆਪਾਂ ਵੇਖਦੇ ਹਾਂ, ਕੋਈ ਬੰਦੇ ਕੋਲ ਸ਼ਕਤੀ ਨਾ ਹੋਵੇ, ਜਿਹਦੇ ਕੋਲ ਸ਼ਕਤੀ ਨਾ ਹੋਵੇ ਉਹ ਕੀ ਦਿਖਾਵੇਗਾ? ਉਹ ਸ਼ਕਤੀ ਦਾ ਪ੍ਰਦਰਸ਼ਨ ਵੀ ਨਹੀਂ ਕਰ ਸਕਦਾ। ਕੋਈ ਇੱਕ ਦ੍ਰਿਸ਼ਟਾਂਤ ਆਪਾਂ ਵਰਤ ਲਈਏ, ਕੋਈ ਸਿੱਧਾ ਸਾਦਾ ਜਿਹੜਾ ਦੁਬਲਾ ਪਤਲਾ ਜਿਹਾ ਮਨੁੱਖ ਹੋਵੇ, ਕੋਈ ਭਾਰੀ ਬੰਦਾ ਜਿਹੜਾ ਤਗੜਾ ਬੰਦਾ ਜਿਹੜਾ ਬਲਸ਼ਾਲੀ ਉਹਦੇ ਉੱਤੇ ਹਮਲਾ ਕਰ ਦੇਵੇ, ਜਿਹਦੇ ਕੋਲ ਆਪਣੀ ਸ਼ਕਤੀ ਨਾ ਹੋਵੇ, ਉਹ ਆਪਣੀ ਸ਼ਕਤੀ ਕਿਸ ਤਰ੍ਹਾਂ ਪ੍ਰਗਟ ਕਰ ਸਕਦਾ? ਉਹਨੇ ਤਾਂ ਮਾਰ ਖਾ ਜਾਣਾ। ਅਗਲੇ ਨੇ ਜੋ ਕਰ ਦਿੱਤਾ ਉਹਨੇ ਹੱਥ ਜੋੜ ਕੇ ਮੰਨ ਲੈਣਾ। ਉਹਨੇ ਕਹਿ ਦੇਣਾ ਕਿ ਭਾਈ ਮੇਰੇ ਕੋਲ ਤਾਂ ਕੋਈ ਸ਼ਕਤੀ ਨਹੀਂ ਹੈ, ਜੇ ਮੇਰੇ ਕੋਲ ਸ਼ਕਤੀ ਹੁੰਦੀ ਤਾਂ ਮੈਂ ਤੇਰਾ ਮੁਕਾਬਲਾ ਕਰ ਸਕਦਾ ਹਾਂ। ਲੇਕਿਨ ਜਿਨ੍ਹਾਂ ਦੇ ਕੋਲ ਸ਼ਕਤੀ ਹੋਵੇ, ਤਨ ਕਰਕੇ ਬੜੇ ਤਗੜੇ ਰਿਸ਼ਟ ਪੁਸ਼ਟ ਬਹੁਤ ਬਲਸ਼ਾਲੀ ਹੋਣ, ਫਿਰ ਵੀ ਕੋਈ ਮਾੜਾ ਮੋਟਾ ਬੰਦਾ ਉਹਦੇ ਉੱਤੇ ਹਮਲਾ ਕਰ ਰਿਹਾ, ਫਿਰ ਵੀ ਉਹਦੇ ਹਮਲੇ ਨੂੰ ਉਹ ਜਰ ਰਿਹਾ ਅਤੇ ਆਪਣੇ ਸ਼ਕਤੀ ਨੂੰ ਪ੍ਰਗਟ ਨਹੀਂ ਕਰ ਰਿਹਾ। ਇਹਨੂੰ ਕਹਿੰਦੇ ਹਨ ਅਜਰ ਜਰਨ। ਅਜਰ ਸ਼ਕਤੀ ਨੂੰ ਜਰ ਕੇ ਰੱਖ ਲੈਣਾ। ਬੰਦੇ ਕੋਲ ਸਾਧ ਸੰਗਤ ਜੀ ਥੋੜ੍ਹੀ ਕੋ ਮਾਇਆ ਆ ਜਾਵੇ, 10 ਦਮੜੇ ਆ ਜਾਣ, ਆਪਾਂ ਉਹਨੂੰ ਜਰ ਨਹੀਂ ਸਕਦੇ ਹਾਂ। ਥੋੜ੍ਹੀ ਮਾਇਆ ਨੂੰ ਆਪਾਂ ਜਰ ਨਹੀਂ ਸਕਦੇ ਹਾਂ। ਥੋੜ੍ਹੀ ਕੋ ਬੰਦੇ ਨੂੰ ਵਡਿਆਈ ਪ੍ਰਾਪਤ ਹੋ ਜਾਵੇ, ਸੱਚ ਜਾਣੋ ਬੰਦਾ ਉਹ ਵਡਿਆਈ ਨੂੰ ਜਰ ਨਹੀਂ ਸਕਦਾ। ਥੋੜ੍ਹਾ ਮਾਨ ਮਿਲ ਜਾਵੇ,
ਮਾਨ ਨੂੰ ਵੀ ਆਪਾਂ ਜਰ ਨਹੀਂ ਸਕਦੇ ਆ, ਲੇਕਿਨ ਧੰਨ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਨੇ ਅਜਰ ਜਰਨ ਕੀ ਔਤ ਜਨਾਈ। ਸਤਿਗੁਰੂ ਮਹਾਰਾਜ ਅਜਰ ਸ਼ਕਤੀ ਨੂੰ ਇਸ ਤਰ੍ਹਾਂ ਜਰ ਕਰਕੇ ਰੱਖਣਾ ਕੀਤਾ, ਤੇ ਅੱਗੇ ਬਚਨ ਕੀਤੋ ਨੇ ਕਿ ਧੀਰਜ ਧਾਰਨਾ। ਬਹੁਤ ਜ਼ਿਆਦਾ ਧੀਰਜ ਧਾਰੀ ਹਨ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਕਿਹਾ, ਧੀਰਜ ਧਾਮ ਬਨਾਏ ਇਹ ਹੈ ਤਾਨਾ, ਬੁੱਧ ਸੋ ਦੀਪਕ ਜਿਉਂ ਉਜਿਆਰੈ। ਕਿ ਭਾਈ ਜੇ ਤੂੰ ਆਪਣੇ ਆਪ ਨੂੰ ਸੰਤ ਭਗਤ ਸੂਰਮਾ ਅਖਵਾਉਣਾ ਚਾਹੁੰਦਾ ਹੈ, ਜੇ ਤੂੰ ਕਹਿੰਦਾ ਜੀ ਮੈਂ ਸੰਤ ਹਾਂ, ਮੈਂ ਸੂਰਮਾ ਹਾਂ, ਸਭ ਤੋਂ ਵੱਡਾ ਸੂਰਮੇ ਦਾ ਗੁਣ ਹੁੰਦਾ ਧੀਰਜ ਧਾਰੀ ਹੁੰਦਾ। ਛੋਟੀ ਛੋਟੀ ਗੱਲ ਪਿੱਛੇ ਸੂਰਮਾ ਅੱਗੇ ਨਹੀਂ ਵੱਧ ਜਾਂਦਾ, ਤਲਵਾਰਾਂ ਨਹੀਂ ਖਿੱਚ ਲੈਂਦਾ ਕਿ ਭਾਈ ਤੈਨੂੰ ਮਾਰ ਹੀ ਦੇਵਾਂਗੇ। ਜਦੋਂ ਅਖੀਰਲੀ ਗੱਲ ਹੁੰਦੀ ਹੈ, ਜਬ ਆਵ ਕੀ ਔਦ ਨਿਦਾਨ ਬਣੈ, ਅਤ ਹੀ ਰਣ ਮੈਂ ਤਬ ਜੂਝ ਮਰਾਓ, ਮਹਾਰਾਜ ਜੀ ਨੇ ਕਿਹਾ। ਜਦੋਂ ਸਾਰੀ ਔਦ ਮੁੱਕ ਜਾਂਦੀ ਹੈ, ਹੱਦਾਂ ਪਾਰ ਲੰਘ ਜਾਂਦੇ ਹਨ, ਫਿਰ ਉਸ ਵੇਲੇ ਸੂਰਮਾ ਜੂਝ ਕੇ ਮਰਦਾ। ਲੇਕਿਨ ਸੂਰਮਾ ਪਹਿਲੇ ਧੀਰਜ ਧਾਰੀ ਹੁੰਦਾ ਹੈ। ਅਸਲੀ ਸੂਰਮਾ ਜਿਹੜਾ ਨਾ ਤੇ ਨਿੱਕੀਆਂ ਗੱਲਾਂ ਪਿੱਛੇ ਉਹ ਸਿੱਧਾ ਸਿਰ 'ਤੇ ਨਹੀਂ ਚੜ ਜਾਂਦਾ, ਸਿੱਧਾ ਉਹ ਤਲਵਾਰਾਂ ਸ਼ਾਸਤਰਾਂ ਨੂੰ ਨਹੀਂ ਖਿੱਚ ਲੈਂਦਾ, ਉਹਦੇ ਅੰਦਰ ਧੀਰਜ ਹੁੰਦਾ ਹੈ। ਤੇ ਅੱਗੇ ਕਵੀ ਰਾਜ ਜੀ ਦੱਸਦੇ ਹਨ, ਧਾਰਨ ਮਨਿੰਦ ਅਮੰਦ। ਤੇ ਧੀਰਜ ਵੀ ਮਹਾਰਾਜ ਜੀ ਨੇ ਕਿਸ ਤਰ੍ਹਾਂ ਦਾ ਧਾਰਨ ਕਰਨਾ ਕੀਤਾ। ਕਹਿੰਦੇ ਕਿ ਧਰਤੀ ਜੋ ਹੈ, ਤੇ ਧਰਤੀ ਸਭ ਤੋਂ ਵੱਡੀ ਧੀਰਜ ਧਾਰੀ ਹੁੰਦੀ ਹੈ। ਧਰਤੀ ਤੋਂ ਪਰੇ ਕੋਈ ਧੀਰਜ ਧਾਰੀ ਹੋ ਨਹੀਂ ਸਕਦਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਧਰਤੀ ਦੇ ਵਾਂਗੂ, ਜਿਸ ਤਰ੍ਹਾਂ ਧਰਤੀ ਸਭ ਤੋਂ ਵੱਡੀ ਧੀਰਜ ਨੂੰ ਧਾਰਨ ਕਰਕੇ ਰੱਖਦੀ ਹੈ। ਪੰਚਮ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਵਿੱਚ ਬ੍ਰਹਮ ਗਿਆਨੀ ਦੇ ਜਿਹੜੇ ਲੱਛਣ ਦਿਖਾਉਣੇ ਕੀਤੇ, ਉੱਥੇ ਸਤਿਗੁਰੂ ਮਹਾਰਾਜ ਜੀ ਨੇ ਇਹ ਜਿਹੜੇ ਤੱਤ ਜਿਹੜੇ ਹਨ, ਤੱਤਾਂ ਦਾ ਦ੍ਰਿਸ਼ਟਾਂਤ ਦਿੱਤਾ ਕਿ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲ, ਜੈਸੇ ਮੈਲ ਨਾ ਲਾਗੈ ਜਲਾ, ਜਿਉਂ ਬਸੁਦਾ ਕੋ ਖੋਦੈ ਕੋ ਚੰਦਨ ਲੇਪ। ਬਸੁਦਾ ਦਾ ਮਤਲਬ ਹੁੰਦਾ ਧਰਤੀ। ਧਰਤੀ ਨੂੰ ਕੋਈ ਤੁਸੀਂ ਡਰਿਲਿੰਗ ਕਰ ਦਿਓ, ਪੁੱਟ ਦਿਓ, ਗੰਦਗੀ ਪਾ ਦਿਓ, ਜਾਂ ਤੁਸੀਂ ਚੰਦਨ ਲਿਆ ਕਰਕੇ ਚੰਦਨ ਦਾ ਲੇਪਨ ਕਰਨਾ ਕਰੋ, ਵਧੀਆ ਤੁਸੀਂ ਅਤਰ ਫੁਲੇਲ ਦੇ ਨਾਲ ਲੇਪਨ ਕਰਨਾ ਕਰੋ, ਧਰਤੀ ਖੁਸ਼ ਨਹੀਂ ਹੁੰਦੀ ਹੈ ਤੇ ਨਾ ਧਰਤੀ ਨਾਰਾਜ਼ ਹੁੰਦੀ ਹੈ। ਧੀਰਜਧਾਰੀ ਹੁੰਦੀ ਹੈ, ਜੋ ਮਰਜ਼ੀ ਕਰੋ ਧੀਰਜ ਨੂੰ ਧਾਰ ਕਰਕੇ ਰੱਖਦੀ ਹੈ। ਇਸ ਤਰ੍ਹਾਂ ਹੀ ਮੇਰੇ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਧੀਰਜਧਾਰੀ ਹਨ, ਧੀਰਜ ਨੂੰ ਧਾਰ ਕਰਕੇ ਰੱਖਣ ਵਾਲੇ ਹਨ। ਇਤਿਹਾਸ ਦੇ ਵਿੱਚ ਸਾਧ ਸੰਗਤ ਜੀ ਬੜੇ ਸਾਨੂੰ ਪ੍ਰਮਾਣ ਪ੍ਰਾਪਤ ਹੁੰਦੇ। ਇੱਕ ਪ੍ਰਮਾਣ ਮੈਂ ਆਪ ਜੀ ਦੇ ਅੱਗੇ ਰੱਖ ਦੇਵਾਂ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜਦੋਂ ਖਡੂਰ ਸਾਹਿਬ ਜੀ ਦੇ ਵਿੱਚ ਗੁਰਤਾ ਗੱਦੀ ਦੇ ਉੱਤੇ ਵਿਰਾਜਮਾਨ ਸਨ, ਉਸ ਵੇਲੇ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਹਾਲੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਪ੍ਰਾਪਤ ਨਹੀਂ ਹੋਈ, ਸੇਵਾਦਾਰ ਦੇ ਰੂਪ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਰਿਹਾ ਕਰਦੇ ਸਨ। ਤੇ ਕਿਸੇ ਕੰਮ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਅੰਦਰ ਬਾਹਰ ਵਿੱਚ ਭੇਜਣਾ ਕੀਤਾ। ਗੋਇੰਦਵਾਲ ਸਾਹਿਬ ਉਸ ਪਾਸੇ ਗਏ ਹੋਏ ਸਨ। ਇੱਥੇ ਗੁਰੂ ਅੰਗਦ ਦੇਵ ਜੀ ਮਹਾਰਾਜ ਖਡੂਰ ਸਾਹਿਬ ਜੀ ਦੇ ਵਿੱਚ ਵਿਰਾਜਮਾਨ ਹਨ। ਇੱਥੇ ਸਾਧ ਸੰਗਤ ਜੀ ਇੱਕ ਤਪਾ ਜਿਹੜਾ ਹੈ ਉਹ ਰਿਹਾ ਕਰਦਾ ਸੀ। ਇਹ ਤਪਾ ਆਪਣੇ ਆਪ ਨੂੰ ਤਪਾ ਅਖਵਾਉਂਦਾ, ਬੜਾ ਤਪਸਵੀ। ਤਪਾ ਦਾ ਮਤਲਬ ਹੁੰਦਾ ਜਿਸ ਤਰ੍ਹਾਂ ਅਜੋਕੀ ਭਾਸ਼ਾ ਦੇ ਵਿੱਚ ਕਈ ਲੋਕ ਆਪਣੇ ਨਾਮ ਦੇ ਨਾਲ ਵਿਸ਼ੇਸ਼ਣ ਲਾਉਂਦੇ ਨਾ ਕਿ ਤਪਸਵੀ ਬਾਬਾ ਕਰਕੇ, ਤੇ ਤਪਸਵੀ ਨੂੰ ਪੰਜਾਬੀ ਦੇ ਵਿੱਚ ਤਪਾ ਕਹਿੰਦੇ ਹਨ। ਇਹ ਬੜਾ ਤਪਸਵੀ ਬੰਦਾ ਸੀ ਤੇ ਇਹਦੀ ਖਡੂਰ ਸਾਹਿਬ ਦੇ ਵਿੱਚ ਬਹੁਤ ਜ਼ਿਆਦਾ ਮਾਨਤਾ ਸੀ। ਸਾਰੇ ਇਹ ਨਗਰ ਨਿਵਾਸੀ ਜੱਟ ਕਿਰਸਾਨ ਜਿਹੜੇ ਹਨ, ਇਹ ਤਪੇ ਨੂੰ ਮੰਨਿਆ ਕਰਦੇ ਸਨ। ਕੋਈ ਵੀ ਕੰਮ ਕਰਨਾ, ਜੇ ਬੁਆਈ ਕਰਨੀ ਤਾਂ ਵੀ ਤਪੇ ਨੂੰ ਪੁੱਛਦੇ ਕਿ ਤਪਾ ਜੀ ਦੱਸੋ ਕਿ ਹੁਣ ਕਿਹੜਾ ਸਮਾਂ ਵਧੀਆ ਹੋਵੇਗਾ, ਮੈਂ ਖੇਤ ਦੀ ਬੁਆਈ ਕਰਨਾ ਕਰਾਂ, ਕਦੋਂ ਦਾਣਾ ਪਾਵਾਂ, ਕਦੋਂ ਖਾਦ ਦੇਵਾਂ, ਕਦੋਂ ਇਹਦੀ ਵਾਢੀ ਕਰਨਾ ਕਰਾਂ, ਇਹ ਸਭ ਉਹਨੂੰ ਪੁੱਛ ਕੇ ਕਰਿਆ ਕਰਦੇ। ਲੇਕਿਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਜਦੋਂ ਵਡਿਆਈ ਕਰਤਾਰਪੁਰ ਸਾਹਿਬ ਜੀ ਦੇ ਵਿੱਚ ਪ੍ਰਾਪਤ ਹੋ ਗਈ, ਤੇ ਫਿਰ ਜਦੋਂ ਖਡੂਰ ਸਾਹਿਬ ਦੇ ਵਿੱਚ ਆਏ, ਮਹਾਰਾਜ ਨੇ ਕਿਹਾ ਨਾ, ਫੇਰ ਵਸਾਇਆ ਫੇਰੂਆਨ ਸਤਿਗੁਰ ਖਾਡੂਰ, ਜਬ ਤਬ ਸੰਜਮ ਨਾਲ ਤੋਧ ਹੋਰ ਮੁੱਚ ਗਰੂਰ, ਲਬ ਬਿਨਾ ਹੈ ਮਾਨਸਾ ਜਿਉ ਪਾਣੀ ਬੂਰ, ਵਰੀਆ ਦਰਗਹ ਗੁਰੂ ਕੀ ਕੁਦਰਤੀ ਨੂਰ, ਜਿਤ ਸੋ ਹਾਥ ਨਾ ਲੱਭਈ ਤੂੰ ਉਹ ਠਾਰੂਰ, ਨਿੰਦਾ ਤੇਰੀ ਜੋ ਕਰੇ ਸੋ ਵੰਝੈ ਤੂਰ।
ਨੇੜੇ ਦਿਸੈ ਮਾਤ ਲੋਕ ਤੁਝ ਸੁਝੈ ਦੂਰ। ਅਖੀਰ ਦੇ ਵਿੱਚ ਫਿਰ ਪਾਤਸ਼ਾਹ ਜੀ ਨੇ ਕਿਹਾ ਕਿ ਫੇਰ ਵਸਾਇਆ ਫੇਰੂ ਆਣ ਸਤਿਗੁਰ ਖਾਡੂਰ। ਫੇਰੂ ਜੀ ਦੇ ਨੰਦਰ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਪਹਿਲੇ ਤਾਂ ਉੱਥੇ ਨਗਰ ਖਡੂਰ ਸਾਹਿਬ ਪਹਿਲੇ ਤੋਂ ਹੀ ਵਸਦਾ ਸੀ, ਲੇਕਿਨ ਰੂਹਾਨੀਅਤ ਦਾ ਕੇਂਦਰ ਜਿਹੜਾ ਹੈ ਸਤਿਗੁਰੂ ਮਹਾਰਾਜ ਜੀ ਨੇ ਫੇਰ ਦਾ ਮਤਲਬ ਹੈ ਦੁਬਾਰਾ ਫਿਰ ਖਡੂਰ ਸਾਹਿਬ ਦੇ ਵਿੱਚ ਰੂਹਾਨੀਅਤ ਦਾ ਨਗਰ ਮਹਾਰਾਜ ਜੀ ਨੇ ਵਸਾਉਣਾ ਕੀਤਾ। ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਖਡੂਰ ਸਾਹਿਬ ਦੇ ਵਿੱਚ ਆ ਗਏ, ਮਹਾਰਾਜ ਜੀ ਦੀ ਮਨਤਾ ਵੱਧਦੀ ਗਈ ਉਹ ਤਪੇ ਦੀ ਮਨਤਾ ਘਟਦੀ ਗਈ। ਲੋਕ ਤਪੇ ਦੇ ਕੋਲ ਕੋਈ ਵੀ ਨਹੀਂ ਜਾ ਰਹੇ ਸਨ। ਉੱਥੇ ਸਾਧ ਸੰਗਤ ਜੀ ਫਿਰ ਇਸ ਤਰ੍ਹਾਂ ਭਾਣਾ ਵਰਤਿਆ ਤੇ ਖਡੂਰ ਸਾਹਿਬ ਦੇ ਵਿੱਚ ਕਾਲ ਪੈ ਗਿਆ, ਮੀਂਹ ਨਹੀਂ ਪੈ ਰਿਹਾ ਸੀ, ਲੋਕ ਬੜੇ ਪਰੇਸ਼ਾਨ ਸਨ। ਤੇ ਫਿਰ ਕਈ ਜਿਹੜੇ ਇਹ ਚੇਲੇ ਬਾਲ ਕੇ ਜੋ ਸੀ ਨਾ ਤਪੇ ਦੇ, ਉਹ ਤਪੇ ਕੋਲ ਗਏ। ਇਹਦੇ ਵਿੱਚ ਖਾਸ ਕਰਕੇ ਜੱਟਾਂ ਦੇ ਵਿੱਚ ਇੱਕ ਗੋਤ ਹੈ ਜਿਨ੍ਹਾਂ ਨੂੰ ਖਹਿਰੇ ਜੱਟ ਬੋਲਦੇ ਹਨ। ਇਹ ਖਹਿਰੇ ਜੱਟ ਜਿਹੜੇ ਹਨ ਇਹ ਗਏ ਤਪੇ ਦੇ ਕੋਲ ਤੇ ਤਪੇ ਨੂੰ ਬੇਨਤੀ ਕੀਤੀ ਕਿ ਤਪਾ ਜੀ ਆਪਣੇ ਇਲਾਕੇ ਦੇ ਵਿੱਚ ਮੀਂਹ ਨਹੀਂ ਪੈ ਰਿਹਾ, ਪਾਣੀ ਨਹੀਂ ਪੈ ਰਿਹਾ, ਜੇ ਪਾਣੀ ਨਹੀਂ ਪਿਆ ਖੇਤੀ ਬਰਬਾਦ ਹੋ ਜਾਵੇਗੀ ਤੇ ਤੁਸੀਂ ਕੋਈ ਉਪਰਾਲਾ ਦੱਸਣਾ ਕਰੋ, ਮੀਂਹ ਕਿਸ ਤਰ੍ਹਾਂ ਪੈ ਜਾਵੇਗਾ। ਤਪੇ ਨੂੰ ਇਹ ਚੰਗਾ ਮੌਕਾ ਪ੍ਰਾਪਤ ਹੋ ਗਿਆ। ਪਹਿਲੇ ਹੀ ਇਹ ਗੁਰੂ ਘਰ ਦੇ ਨਾਲ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਨਾਲ ਸੜਦਾ ਸੀ, ਈਰਖਾ ਕਰਦਾ ਸੀ ਤੇ ਇਹਨੇ ਕਹਿ ਦਿੱਤਾ ਕਿ ਲੋਕੋ ਮੀਂਹ ਕਿਉਂ ਨਹੀਂ ਪੈ ਰਿਹਾ, ਮੈਂ ਤੁਹਾਨੂੰ ਦੱਸ ਰਿਹਾ ਕਿ ਗ੍ਰਸਤੀ ਬੰਦੇ ਜਿਹੜੇ ਹਨ, ਤੁਸੀਂ ਜਦੋਂ ਗ੍ਰਸਤੀਆਂ ਦੀ ਪੂਜਾ ਕਰੋਗੇ, ਜਿਹੜੇ ਬਾਲ ਬੱਚੇ ਵਾਲੇ ਹਨ ਗ੍ਰਸਤੀ ਦੇ ਵਿੱਚ ਰਹਿਣ ਵਾਲੇ, ਉਹ ਗੁਰੂ ਬਣ ਕੇ ਬੈਠ ਜਾਣ, ਉਹਨਾਂ ਦੀ ਪੂਜਾ ਕਰੋਗੇ ਤੇ ਮੀਂਹ ਕਿਸ ਤਰ੍ਹਾਂ ਪਵੇਗਾ। ਕਿਉਂਕਿ ਗ੍ਰਸਤੀ ਜਿਹੜਾ ਹੈ ਇਹ ਪੂਜਾ ਕਰਾਉਣ ਦਾ ਅਧਿਕਾਰੀ ਨਹੀਂ ਹੁੰਦਾ। ਜਿਹੜੇ ਬ੍ਰਹਮਚਾਰੀ ਹੁੰਦੇ, ਕਿਉਂਕਿ ਉਹਨਾਂ ਜ਼ਮਾਨਿਆਂ ਦੇ ਵਿੱਚ ਇਸ ਤਰ੍ਹਾਂ ਹੀ ਚੱਲਦਾ ਸੀ। ਗ੍ਰਸਤੀ ਨੂੰ ਸਾਧ ਸੰਗਤ ਜੀ ਕੋਈ ਚੰਗਾ ਟਿਕਾਣਾ, ਬੇਸ਼ੱਕ ਇਹ ਸਾਧੂ ਸੰਤ ਜਿਹੜੇ ਆਪਣੇ ਆਪ ਨੂੰ ਬ੍ਰਹਮਚਾਰੀ ਅਖਵਾਉਂਦੇ, ਖਾਂਦੇ ਪੀਂਦੇ ਸੀ ਗ੍ਰਸਤੀਆਂ ਦੇ ਕੋਲ ਲੈ ਕਰਕੇ ਤੇ ਫਿਰ ਗ੍ਰਸਤੀਆਂ ਦੀ ਨਿੰਦਿਆ ਕਰਦੇ, ਕਹਿੰਦੇ ਪੂਜਾ ਸਾਡੀ ਕਰਨਾ ਕਰੋ, ਬ੍ਰਹਮਚਾਰੀਆਂ ਦੀ ਕਰਨਾ ਕਰੋ। ਬ੍ਰਹਮਚਾਰੀ ਹੀ ਸਾਧੂ ਸੰਤ ਅਖਵਾ ਸਕਦਾ ਸੀ। ਤੇ ਸਤਿਗੁਰੂ ਮਹਾਰਾਜ ਜੀ ਨੇ ਧਾਰਨਾ ਦਾ ਖੰਡਨ ਕਰਨਾ ਕੀਤਾ। ਸਗਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ। ਮਹਾਰਾਜ ਜੀ ਨੇ ਗੁਰਮਤ ਨੂੰ ਦ੍ਰਿੜ ਕਰਾਇਆ, ਕਿਹਾ ਕਿ ਸਾਰੇ ਧਰਮਾਂ ਦੇ ਵਿੱਚ ਗ੍ਰਸਤ ਜੀਵਨ ਜਿਹੜਾ ਹੈ, ਗ੍ਰਸਤ ਮਾਰਗ ਜਿਹੜਾ ਹੈ ਸਰਵਾ ਤੋਂ ਉੱਚੇ ਪ੍ਰਵਾਨਿਕ ਹੈ ਕਰਕੇ। ਸੋ ਇਹਨੇ ਜਦੋਂ ਕਹਿ ਦਿੱਤਾ ਕਿ ਤੁਸੀਂ ਗੁਰੂ ਅੰਗਦ ਦੀ ਪੂਜਾ ਕਰਦੇ, ਉਹ ਗ੍ਰਸਤੀ ਹਨ, ਇੱਥੇ ਮਰਿਆਦਾ ਵਿਗੜ ਗਈ ਹੈ, ਇਸ ਕਰਕੇ ਪ੍ਰਮਾਤਮਾ ਦੀ ਕਰੋਪੀ ਹੋ ਰਹੀ, ਤਾਂ ਕਰਕੇ ਆਪਣੇ ਇਲਾਕੇ ਦੇ ਵਿੱਚ ਮੀਂਹ ਨਹੀਂ ਪੈ ਰਿਹਾ। ਤੇ ਉਸ ਤਪੇ ਨੇ ਕਹਿ ਦਿੱਤਾ, ਜਦੋਂ ਫਿਰ ਖਹਿਰੇ ਜੱਟਾਂ ਨੇ ਪੁੱਛਿਆ ਕਿ ਫਿਰ ਦੱਸ ਬਾਬਾ ਕਿਸ ਤਰ੍ਹਾਂ ਮੀਂਹ ਪਵੇਗਾ, ਉਹ ਤਪੇ ਨੇ ਫਿਰ ਚੰਗੀ ਜੁਗਤ ਲੜਾਈ। ਉਹਨੇ ਕਹਿ ਦਿੱਤਾ ਕਿ ਜਦੋਂ ਤੱਕ ਇਹ ਗ੍ਰਸਤੀ ਭਾਵ ਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਖਡੂਰ ਸਾਹਿਬ ਦੇ ਵਿੱਚ ਹੋਣਗੇ, ਉਦੋਂ ਤੱਕ ਇੱਥੇ ਮੀਂਹ ਨਹੀਂ ਪਵੇਗਾ। ਤੁਸੀਂ ਇਹਨਾਂ ਨੂੰ ਬਾਹਰ ਕੱਢ ਦੇਣਾ ਕਰੋ, ਨਗਰ ਤੋਂ ਬਾਹਰ, ਹੱਦ ਤੋਂ ਬਾਹਰ ਇਹਨਾਂ ਨੂੰ ਕੱਢ ਦਿਓ, ਫਿਰ ਦੇਖੋ ਮੀਂਹ ਕਿਸ ਤਰ੍ਹਾਂ ਪਵੇਗਾ। ਇਹ ਜਦੋਂ ਬਚਨ ਕੀਤਾ, ਉਹ ਜਿਹੜੇ ਹਨ ਖੈਰੇ ਜੱਟ ਚੱਲ ਗਏ ਸਤਿਗੁਰੂ ਮਹਾਰਾਜ ਜੀ ਦੇ ਕੋਲ। ਮਹਾਰਾਜ ਜੀ ਨੂੰ ਕਿਹਾ, ਮਹਾਰਾਜ ਤੁਹਾਡੇ ਕਰਕੇ ਮੀਂਹ ਨਹੀਂ ਪੈ ਰਿਹਾ। ਪਾਤਸ਼ਾਹ ਜੀ ਨੇ ਕਿਹਾ ਕਿ ਭਾਈ ਇਸ ਤਰ੍ਹਾਂ ਕੋਈ ਬੰਦੇ ਕਰਕੇ ਮੀਂਹ ਪੈਂਦਾ ਨਹੀਂ ਤੇ ਕਿਸੇ ਬੰਦੇ ਕਰਕੇ ਮੀਂਹ ਪੈਣ ਤੋਂ ਹਟ ਵੀ ਨਹੀਂ ਜਾਂਦਾ। ਸੰਸਾਰ ਦੇ ਵਿੱਚ ਜਿਹੜੇ ਸ਼ਹਿਰਾਂ ਨਗਰਾਂ ਦੇ ਵਿੱਚ ਚੰਗੇ ਬੰਦੇ ਵੀ ਰਹਿੰਦੇ, ਪਾਪੀ ਬੰਦੇ ਵੀ ਰਹਿੰਦੇ। ਜੇ ਆਪਾਂ ਕਹੀਏ ਕਿ ਇੱਥੇ ਪਾਪੀ ਰਹਿੰਦੇ ਜੀ, ਮੀਂਹ ਨਹੀਂ ਪੈਣਾ ਚਾਹੀਦਾ, ਤੇ ਥੋੜ੍ਹੀ ਹੋ ਸਕਦਾ। ਇਹ ਤਾਂ ਰੱਬ ਦੀ ਦਾਤ ਹੈ ਭਾਈ, ਇਹ ਤਾਂ ਉਹਦੀ ਮੌਜ ਦੇ ਵਿੱਚ ਹੁੰਦਾ, ਮੀਂਹ ਪੈ ਗਿਆ ਜਾਂ ਹਟ ਗਿਆ। ਇਹ ਪਾਉਣ ਵਾਲੇ ਆਪਾਂ ਨਹੀਂ ਹੁੰਦੇ ਆ ਤੇ ਪੈਣ ਵਾਲੇ ਮੀਂਹ ਨੂੰ ਟਾਲਣ ਵਾਲਾ ਵੀ ਬੰਦਾ ਨਹੀਂ ਹੁੰਦਾ। ਫਿਰ ਵੀ ਉਹਨਾਂ ਨੇ ਜਿੱਦ ਕੀਤੀ, ਕਿਹਾ ਨਹੀਂ ਮਹਾਰਾਜ ਤੁਹਾਡੇ ਕਰਕੇ ਮੀਂਹ ਨਹੀਂ ਪੈ ਰਿਹਾ, ਤੁਸੀਂ ਚੱਲ ਜਾਓ ਇੱਥੋਂ। ਤੇ ਮਹਾਰਾਜ ਨੇ ਫਿਰ ਕਿਹਾ ਠੀਕ ਹੈ ਭਾਈ, ਅੱਛਾ ਜੇ ਸਾਡੇ ਕਰਕੇ ਮੀਂਹ ਨਹੀਂ ਪੈ ਰਿਹਾ, ਜੇ ਸਾਡੇ ਜਾਣ ਕਰਕੇ ਮੀਂਹ ਪੈ ਜਾਵੇਗਾ ਕੋਈ ਗੱਲ ਨਹੀਂ, ਅਸੀਂ ਚੱਲ ਜਾਂਦੇ ਹਾਂ। ਦੇਖੋ ਗੁਰਮੁਖੋ, ਜਗਤ ਗੁਰੂ ਹਨ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ, ਸਾਰੇ ਸ਼ਕਤੀਆਂ ਦੇ ਅਜ਼ਮਤਾਂ ਦੇ ਮਾਲਕ ਸੀ। ਜੋ ਚਾਹੁੰਦੇ ਸੀ ਉਹ ਕਰਕੇ ਦਿਖਾ ਸਕਦੇ ਸਨ, ਲੇਕਿਨ ਮਹਾਰਾਜ ਜੀ ਨੇ ਅਜਰ ਨੂੰ ਜਰ ਕੇ ਰੱਖਣਾ ਕੀਤਾ। ਕਿੱਥੇ ਚਲਦੇ ਚਲਦੇ ਕੋਈ ਸਾਨੂੰ ਧੱਕਾ ਵੀ ਮਾਰ ਦੇਵੇ, ਸਾਨੂੰ ਗੁੱਸਾ ਚੜ ਜਾਂਦਾ, ਅਹੰਕਾਰ ਪ੍ਰਗਟ ਹੋ ਜਾਂਦਾ। ਆਪਾਂ ਕਹਿੰਦੇ ਨਾ ਭਾਈ ਤੂੰ ਕਿਹਨੂੰ ਧੱਕਾ ਮਾਰਿਆ, ਮੈਨੂੰ ਧੱਕਾ ਮਾਰਦਾ।
ਕੋਈ ਸਾਡੇ ਵੱਲ ਘੂਰ ਕੇ ਵੇਖ ਲਵੇ, ਰਾਤ ਨੂੰ ਆਪਾਂ ਨੂੰ ਨੀਂਦ ਨਹੀਂ ਆਉਂਦੀ ਹੈ, ਅਹੰਕਾਰ ਨੂੰ ਸੱਟਾਂ ਵੱਜ ਜਾਂਦੀਆਂ ਹੈ। ਤੇ ਸਤਿਗੁਰੂ ਮਹਾਰਾਜ ਸਭ ਤੋਂ ਵੱਡੇ ਤੇ ਸਾਰੀਆਂ ਕਰਾਮਾਤਾਂ ਸ਼ਕਤੀਆਂ ਦੇ ਮਾਲਕ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਜਦੋਂ ਬਾਹਰ ਕੱਢ ਦਿੱਤਾ, ਚੁੱਪਚਾਪ ਸਤਿਗੁਰੂ ਮਹਾਰਾਜ ਜੀ ਬਾਹਰ ਚੱਲ ਗਏ। ਤੇ ਮਹਾਰਾਜ ਜੀ ਨੇ ਆਪਣਾ ਲੋੜੀਂਦਾ ਸਮਾਨ ਲੈ ਕਰਕੇ ਉਥੋਂ ਭਾਵ ਕੇ ਨਗਰ ਦੀ ਹੱਦ ਤੋਂ ਬਾਹਰ ਜਾ ਕਰਕੇ ਉਜਾੜ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਡੇਰਾ ਕਰਨਾ ਕੀਤਾ। ਨਾਮ ਬਾਣੀ ਉੱਥੇ ਨਾਮ ਬਾਣੀ ਲਾਈਆਂ, ਸ਼ਹਿਬਰਾਂ ਲਾਈਆਂ। ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਜਦੋਂ ਵਾਪਸ ਆਏ, ਉਹਨਾਂ ਨੂੰ ਜਦੋਂ ਪਤਾ ਚੱਲਿਆ ਕਿ ਭਾਈ ਇਹਨਾਂ ਲੋਕਾਂ ਨੇ, ਇਹ ਖੈਰੇ ਜੱਟਾਂ ਨੇ ਮਹਾਰਾਜ ਜੀ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਹੈ, ਤੇ ਨਾਲ ਇਹ ਸਾਰਾ ਜਿਹੜਾ ਚੱਕ ਚਕਾਇਆ ਕਾਮ ਤਪੇ ਨੇ ਕੀਤਾ, ਪਾਤਸ਼ਾਹ ਜੀ ਨੇ ਬਚਨ ਕਰ ਦਿੱਤਾ ਕਿਹਾ ਕਿ ਭਾਈ ਤੁਸੀਂ ਕਹਿੰਦੇ ਹੋ ਨਾ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਕਰਕੇ ਮੀਂਹ ਨਹੀਂ ਪੈ ਰਿਹਾ, ਹੁਣ ਤਾਂ ਮਹਾਰਾਜ ਜੀ ਵੀ ਸ਼ਹਿਰ ਤੋਂ ਬਾਹਰ ਚੱਲ ਗਏ, ਹੁਣ ਕਿਉਂ ਨਹੀਂ ਮੀਂਹ ਪੈ ਰਿਹਾ? ਕਿਉਂਕਿ ਹੁਣ ਤੱਕ ਤਾਂ ਮੀਂਹ ਪੈ ਜਾਣਾ ਚਾਹੀਦਾ ਸੀ। ਤੇ ਪਾਤਸ਼ਾਹ ਜੀ ਨੇ ਕਿਹਾ ਕਿ ਇਸ ਤਰ੍ਹਾਂ ਮੀਂਹ ਨਹੀਂ ਪੈ ਸਕਦਾ ਭਾਈ, ਜੇ ਮੀਂਹ ਪਵਾਉਣਾ ਹੈ, ਜਿੱਥੇ ਤੁਸੀਂ ਇਹ ਤਪੇ ਨੂੰ ਲੈ ਕੇ ਜਾਓਗੇ, ਅਸੀਂ ਬਚਨ ਕਰ ਰਹੇ ਹਾਂ, ਜਿਹੜੇ ਇਲਾਕੇ ਦੇ ਵਿੱਚ, ਜਿਹੜੀ ਦਿਸ਼ਾ ਦੇ ਵਿੱਚ ਇਹ ਤਪੇ ਨੂੰ ਲੈ ਕੇ ਜਾਓਗੇ, ਉਹ ਦਿਸ਼ਾ ਦੇ ਵਿੱਚ ਮੀਂਹ ਪੈ ਜਾਵੇਗਾ। ਇਹ ਜਦੋਂ ਬਚਨ ਕੀਤਾ, ਉਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਜੀ ਦਾ ਬਚਨ ਪੂਰਾ ਹੋਇਆ। ਜਿਹੜੇ ਪਾਸੇ ਤਪੇ ਨੂੰ ਲੈ ਕੇ ਜਾਂਦੇ ਉਸ ਪਾਸੇ ਮੀਂਹ ਪੈ ਰਿਹਾ। ਹੁਣ ਉਹਨੂੰ ਕੋਈ ਉੱਤਰ ਦੇ ਵੱਲ ਲੈ ਕੇ ਜਾ ਰਿਹਾ, ਦੱਖਣ ਦੇ ਵਿੱਚ ਮੀਂਹ ਨਹੀਂ ਪੈ ਰਿਹਾ। ਫਿਰ ਉੱਥੇ ਸਾਧ ਸੰਗਤ ਜੀ ਧੂ ਖਿੱਚ ਸ਼ੁਰੂ ਹੋ ਗਈ। ਇਹਦੇ ਵਿੱਚ ਕੀ ਹੋ ਗਿਆ, ਲੋਕਾਂ ਨੇ ਫਿਰ ਤਪੇ ਨੂੰ ਫਿਰ ਖਿੱਚ ਕਰਕੇ ਉਹਦੇ ਹੱਥ ਪੈਰ ਸਾਰੇ ਜਿਹੜੇ ਹਨ ਆਪਣੇ ਆਪਣੇ ਪਾਸੇ ਖਿੱਚ ਕਰਕੇ, ਜਿਨ੍ਹਾਂ ਲੋਕਾਂ ਨੂੰ ਚੜਾ ਕਰਕੇ ਮਹਾਰਾਜ ਜੀ ਦਾ ਵੈਰੀ ਬਣਾਇਆ ਸੀ, ਉਹੀ ਉਹਦੇ ਵੈਰੀ ਬਣ ਕਰਕੇ ਉਹਨੂੰ ਕਈ ਹਿੱਸਿਆਂ ਦੇ ਵਿੱਚ ਟੁਕੜੇ ਕਰਕੇ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਲੈ ਕਰਕੇ ਗਏ। ਮੀਂਹ ਪੈ ਗਿਆ। ਜਦੋਂ ਮਹਾਰਾਜ ਜੀ ਨੂੰ, ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਇਹ ਗੱਲ ਦਾ ਪਤਾ ਚੱਲਿਆ, ਪਾਤਸ਼ਾਹ ਜੀ ਨੇ ਬੜਾ ਬੁਰਾ ਮਨਾਇਆ, ਕਿਹਾ ਕਿ ਪੁਰਖਾ ਇਸ ਤਰ੍ਹਾਂ ਸ਼ਕਤੀ ਨਹੀਂ ਦਿਖਾਣੀ ਚਾਹੀਦੀ ਹੈ। ਬੇਸ਼ੱਕ ਆਪਣੇ ਕੋਲ ਸ਼ਕਤੀਆਂ ਹੋਣ, ਕਰਾਮਾਤ ਦੇ ਤੁਸੀਂ ਮਾਲਕ ਹੋ, ਤੁਸੀਂ ਜੋ ਬਚਨ ਕਰਦੇ ਤੁਹਾਡਾ ਬਚਨ ਪੂਰਾ ਹੋ ਜਾਂਦਾ, ਲੇਕਿਨ ਫਿਰ ਵੀ ਧੀਰਜ ਨੂੰ ਧਾਰਨ ਕਰਕੇ ਰੱਖਣਾ ਚਾਹੀਦਾ, ਅਜਰ ਸ਼ਕਤੀ ਨੂੰ ਜਰ ਕੇ ਰੱਖਣਾ ਚਾਹੀਦਾ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਇਹ ਸ਼ੁਭ ਗੁਣ ਪ੍ਰਗਟ ਹੁੰਦੇ ਹਨ। ਸ੍ਰੀ ਅੰਗਦ ਪਦ ਪਦਮ ਕੋ ਨਮਹਿ ਮੁਕੰਦ ਆਨੰਦ। ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਉਚਾਰਨ ਕਰਦੇ ਕਿ ਇਹੋ ਜਿਹੇ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਉਹਨਾਂ ਦੇ ਚਰਨ ਕਮਲਾਂ ਦੇ ਉੱਤੇ, ਜੋ ਚਰਨ ਕਮਲ ਮੁਕਤੀ ਦੇ ਦਾਤੇ ਹਨ, ਉਹਨਾਂ ਚਰਨਾਂ ਦੇ ਉੱਤੇ ਮੈਂ ਵਾਰ-ਵਾਰ ਨਮਸਕਾਰ ਮੱਥਾ ਟੇਕ ਰਿਹਾ ਹਾਂ, ਬੰਦਨ ਕਰ ਰਿਹਾ ਹਾਂ। ਧਨ ਸਮਾਨ ਸੁਗਿਆਨ ਦਿਢ ਹਨ ਤਿਮਰ ਅਗਿਆਨ। ਹੁਣ ਤੀਜੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਕਵੀ ਰਾਜ ਜੀ ਨੇ ਮੰਗਲ ਕਰਨਾ ਕੀਤਾ। ਭਾਨ ਸਮਾਨ ਸੋ ਗਿਆਨ ਦ੍ਰਿੜ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਆਪ ਜੀ ਦੇ ਅੰਦਰ ਜਿਹੜਾ ਬ੍ਰਹਮ ਗਿਆਨ ਜੋ ਹੈ ਉਹ ਸੂਰਜ ਦੇ ਵੱਤ ਹੈ। ਹਨ ਤਿਮਰ ਅਗਿਆਨ, ਜਿਸ ਤਰ੍ਹਾਂ ਜਦੋਂ ਸੂਰਜ ਚੜ੍ਹ ਜਾਂਦਾ ਤੇ ਹਨੇਰਾ ਦੂਰ ਹੋ ਜਾਂਦਾ। ਆਪਾਂ ਵੇਖਦੇ ਹਾਂ ਰਾਤ ਜਦੋਂ ਸੂਰਜ ਦਾ ਅਭਾਵ ਹੋਵੇ ਉਸ ਵੇਲੇ ਹਨੇਰਾ ਹੁੰਦਾ, ਜਦੋਂ ਸੂਰਜ ਚੜ੍ਹ ਗਿਆ ਉਸ ਵੇਲੇ ਤਾਰੇ ਛਪੇ ਹਨੇਰ ਪਲੋਵਾ, ਤਾਰੇ ਛੁਪ ਜਾਂਦੇ, ਹਨੇਰਾ ਜਿਹੜਾ ਖਤਮ ਹੋ ਜਾਂਦਾ ਹੈ। ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਆਪ ਜੀ ਗਿਆਨ ਦੇ ਸੂਰਜ ਹੋ, ਜਦੋਂ ਆਪ ਜੀ ਦਾ ਗਿਆਨ ਪ੍ਰਗਟ ਹੋ ਜਾਂਦਾ ਹੈ, ਅਗਿਆਨਤਾ ਦਾ ਤਿਮਰ ਨਾਸ ਹੋ ਜਾਂਦਾ। ਅਜ਼ਮਤ ਦਾਨੀ ਅਨਕ ਕੇ ਸ੍ਰੀ ਗੁਰੂ ਅਮਰ ਸੁਜਾਨ। ਇਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਆਪ ਜੀ ਅਜ਼ਮਤਾਂ ਦੇ ਦਾਨੀ ਹੋ। ਆਪ ਜੀ ਨੇ ਬੜੀਆਂ ਕਰਾਮਾਤਾਂ ਦੀਆਂ, ਸ਼ਕਤੀਆਂ ਦੀਆਂ ਬਖਸ਼ਿਸ਼ਾਂ ਆਪਣੇ ਸੇਵਕਾਂ ਨੂੰ, ਸਿੱਖਾਂ ਨੂੰ ਦੇਣਾ ਕੀਤਾ ਤੇ ਸ਼ਕਤੀਆਂ ਦੇ ਕਰਕੇ ਉਹਨਾਂ ਨੂੰ ਨਿਵਾਜਣਾ ਕੀਤਾ। ਸਾਧ ਸੰਗਤ ਜੀ, ਜੋ 22 ਮੰਜੀਆਂ ਜਿਹੜੀਆਂ ਹਨ, 22 ਮੰਜੀਆਂ ਦੀ ਸਥਾਪਨਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਦਿੱਤੀਆਂ ਤੇ ਇਹ ਮੰਜੀਦਾਰ ਉਹਨਾਂ ਨੂੰ ਸਥਾਪਿਤ ਕੀਤਾ ਤੇ ਨਾਲ ਉਹਨਾਂ ਦੇ ਅੰਦਰ ਕਲਾ ਭਰ ਦਿੱਤੀ, ਉਹਨਾਂ ਦੇ ਅੰਦਰ ਸ਼ਕਤੀਆਂ ਭਰ ਦਿੱਤੀਆਂ ਕਿ ਭਾਈ ਤੁਸੀਂ ਸ਼ਕਤੀਆਂ ਦੇ ਮਾਲਕ ਤੇ ਸ਼ਕਤੀ ਦੀ ਦੁਰਵਰਤੋਂ ਨਹੀਂ ਕਰਨੀ ਹੈ। ਧਰਮ ਪ੍ਰਚਾਰ ਦੇ ਲਈ ਇਹ ਅਜ਼ਮਤਾਂ, ਇਹ ਸ਼ਕਤੀਆਂ ਦੀ ਵਰਤੋਂ ਕਰਨੀ ਹੈ। ਇਹ ਮਹਾਰਾਜ ਜੀ ਨੇ ਵਰ ਦਿੱਤਾ। ਇਸ ਤਰ੍ਹਾਂ ਸਾਧ ਸੰਗਤ ਜੀ ਉਹਨਾਂ ਜ਼ਮਾਨਿਆਂ ਦੇ ਵਿੱਚ
ਦੇਖੋ ਅੱਜ ਵੀ ਕਈ ਲੋਕ ਜਿਹੜੇ ਨਾ ਭੂਤ ਪ੍ਰੇਤ ਆਦਿਕ ਜਿਹੜੇ ਇਸ ਤਰ੍ਹਾਂ ਦੇ ਜੋ ਲੋਕਾਂ ਨੂੰ ਵਹਿਮ ਹੁੰਦਾ ਜਾਂ ਕਈ ਵਾਰੀ ਕੁਛ ਇਹੋ ਜਿਹਾ ਭਾਣੇ ਵਰਤ ਜਾਂਦੇ ਹਨ, ਤੇ ਸਤਿਗੁਰੂ ਮਹਾਰਾਜ ਜੀ ਨੇ ਉਹ ਵੀ ਸ਼ਕਤੀਆਂ ਜਿਹੜੀਆਂ ਆਪਣੇ ਸੇਵਾਦਾਰਾਂ ਨੂੰ ਦਿੱਤੀਆਂ ਸੀ। ਇਹਨਾਂ ਦੇ ਵਿੱਚ ਇੱਕ ਭਾਈ ਲਾਲੋ ਜੀ ਕਰਕੇ ਸਨ। ਇਹ ਉਹ ਲਾਲੋ ਜੀ ਨਹੀਂ ਹੈ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵੇਲੇ ਹੋਏ। ਤੇ ਇਹ ਭਾਈ ਲਾਲੋ ਇਹ ਬਾਹਰ ਦੇਸ਼ਾਂ ਦੇ ਵਿੱਚ ਟਾਪੂਆਂ ਦੇ ਵਿੱਚ ਜਾਂਦਾ ਸੀ। ਮਹਾਰਾਜ ਜੀ ਨੇ ਇਹਨੂੰ ਮੰਜੀਦਾਰ ਸਥਾਪਿਤ ਕਰਨਾ ਕੀਤਾ ਹੈ ਤੇ ਸਾਰੀ ਜਿਹੜੀ ਹੈ ਇਹ ਗੁਪਤ ਸ਼ਕਤੀਆਂ ਉਹਦੇ ਤਾਬੇ ਕਰ ਦਿੱਤੀਆਂ ਕਿ ਭਾਈ ਲਾਲੋ, ਤੇ ਇਹ ਸਾਰੀਆਂ ਸ਼ਕਤੀਆਂ ਜਿਹੜੀਆਂ ਮਹਾਰਾਜ ਜੀ ਨੇ ਉਹਦੇ ਹਵਾਲੇ ਕਰ ਦਿੱਤੀਆਂ। ਕਿਹਾ ਕਿ ਤੇਰੇ ਲਾਗੇ ਕੋਈ ਇਹ ਸ਼ਕਤੀ ਨਹੀਂ ਆਵੇਗੀ, ਤੂੰ ਜਿੱਥੇ ਕਹਿ ਦੇਵੇਗਾ ਉੱਥੇ ਇਹ ਸ਼ਕਤੀਆਂ ਰੁਕ ਜਾਣਗੀਆਂ। ਇਸ ਤਰ੍ਹਾਂ ਹੀ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਜਦੋਂ ਸ਼੍ਰੀ ਗੋਇੰਦਵਾਲ ਸਾਹਿਬ ਜੀ ਦੀ ਰਚਨਾ ਕਰ ਰਹੇ ਸਨ, ਉਸ ਵੇਲੇ ਜਿਹੜੇ ਮਿਸਤਰੀ ਸੀ ਤੇ ਉਹਨਾਂ ਨੇ ਕਹਿ ਦਿੱਤਾ, ਮਹਾਰਾਜ ਜੀ ਲੱਕੜਾਂ ਦਾ ਬੜਾ ਘਾਟਾ ਪੈ ਗਿਆ, ਜੇ ਲੱਕੜ ਆਪ ਜੀ ਲਿਆਓਗੇ ਤਾਂ ਹੀ ਮਹਾਰਾਜ ਜੀ ਨਗਰ ਦੀ ਰਚਨਾ ਹੋ ਸਕਦੀ ਹੈ। ਪੁਰਾਣੇ ਜ਼ਮਾਨਿਆਂ ਦੇ ਵਿੱਚ ਜਿਹੜੇ ਪੁਰਾਤਨ ਅੱਜ ਵੀ ਆਪਾਂ ਘਰ ਬਾਹਰ ਵੇਖਦੇ ਹਾਂ, ਬਹੁਤ ਆਦ ਦੇ ਵਿੱਚ ਉਹਦੇ ਵਿੱਚ ਰਾਜ ਉਹ ਚੰਗੀ ਲੱਕੜ ਨਹੀਂ ਮਿਲਦੀ ਹੈ। ਜੇ ਚੰਗੀਆਂ ਲੱਕੜਾਂ ਲੈਣੀਆਂ ਤੇ ਪਹਾੜੀ ਇਲਾਕਿਆਂ ਦੇ ਵਿੱਚ ਜਾਣਾ ਪਵੇਗਾ। ਪਹਾੜੀ ਇਲਾਕੇ ਦੇ ਵਿੱਚ ਚੀੜ ਹੋ ਗਿਆ, ਟੀਕ, ਦੇਵਦਾਰ ਦੀਆਂ ਲੱਕੜਾਂ ਪ੍ਰਾਪਤ ਹੋਣਗੀਆਂ ਤੇ ਉੱਥੋਂ ਇਹ ਲੱਕੜਾਂ ਆਪ ਜੀ ਮੰਗਾਉਣਾ ਕਰੋ। ਤੇ ਮਹਾਰਾਜ ਜੀ ਨੇ ਆਪਣੇ ਭਤੀਜੇ ਨੂੰ ਕਿਹਾ ਕਿ ਜਾ ਭਾਈ ਤੂੰ ਪਹਾੜੀ ਇਲਾਕੇ ਦੇ ਵਿੱਚ ਜਾ, ਉੱਥੋਂ ਜਾ ਕਰਕੇ ਲੱਕੜਾਂ ਲੈ ਕਰਕੇ ਆ। ਜਦੋਂ ਸਤਿਗੁਰੂ ਮਹਾਰਾਜ ਜੀ ਦੇ ਜਿਹੜੇ ਰਿਸ਼ਤੇ ਵਿੱਚ ਭਾਬੀ ਜੀ ਲੱਗਦੇ ਹਨ, ਭਾਵ ਕਿ ਉਹਦੇ ਭਤੀਜੇ ਦੀ ਜਿਹੜੀ ਮਾਂ ਹੈ ਉਹ ਆਈ, ਉਹਨੇ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਤੁਸੀਂ ਮੇਰੇ ਬੱਚੇ ਨੂੰ ਮੌਤ ਦੇ ਮੂੰਹ ਦੇ ਵਿੱਚ ਧੱਕ ਰਹੇ ਹੋ, ਕਿਉਂਕਿ ਸੁਣਿਆ ਪਹਾੜੀ ਇਲਾਕਿਆਂ ਦੇ ਵਿੱਚ ਇਹ ਚੁੜੈਲਾਂ ਆਦਿਕ ਇਹ ਗੁਪਤ ਸ਼ਕਤੀਆਂ ਦਾ ਵਾਸਾ ਹੁੰਦਾ। ਜਿਹੜਾ ਵੀ ਕੋਈ ਬਾਹਰੀ ਬੰਦਾ ਓਪਰਾ ਬੰਦਾ ਚੱਲ ਗਿਆ, ਇਹ ਗੁਪਤ ਸ਼ਕਤੀਆਂ ਉਹਦੇ ਉੱਤੇ ਹਾਵੀ ਹੋ ਜਾਂਦੀਆਂ। ਇਹ ਡੈਣ ਚੁੜੈਲਾਂ ਆਦਿਕ ਉਹਦਾ ਖੂਨ ਪੀ ਜਾਂਦੀਆਂ, ਉਹਨੂੰ ਮਾਰ ਕੇ ਰੱਖ ਦਿੰਦੀਆਂ। ਜੇ ਮੇਰਾ ਬੱਚਾ ਉੱਥੇ ਚੱਲ ਗਿਆ ਤੇ ਉਹਨਾਂ ਸ਼ਕਤੀਆਂ ਨੇ ਇਹਨੂੰ ਮਾਰ ਦੇਣਾ। ਮੇਰਾ ਇੱਕੋ ਇੱਕ ਬੱਚਾ ਮਹਾਰਾਜ, ਜੇ ਉਹ ਵੀ ਮਰ ਗਿਆ ਤੇ ਮੈਂ ਕਿਹਦੇ ਆਸਰੇ ਰਵਾਂ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਭਾਈ ਤੁਸੀਂ ਫਿਕਰ ਨਾ ਕਰੋ। ਮਹਾਰਾਜ ਜੀ ਨੇ ਆਪਣਾ ਇੱਕ ਰੁਮਾਲ ਦਿੱਤਾ, ਰੁਮਾਲ ਦੇ ਕਰਕੇ ਕਿਹਾ ਕਿ ਭਾਈ ਕਿ ਜਿੱਥੇ ਲੋੜ ਪਵੇ ਇਹ ਰੁਮਾਲ ਜਿਹੜਾ ਇਹ ਅਸਮਤਾਂ ਵਾਲਾ ਰੁਮਾਲ ਹੋਵੇਗਾ। ਤੇ ਕੋਈ ਵੀ ਜੇ ਕਰਾਮਾਤ ਸ਼ਕਤੀ ਦਿਖਾਉਣੀ ਹੈ ਜਾਂ ਕੋਈ ਭੂਤ ਪ੍ਰੇਤ ਜਿਨ ਆਦਿਕ ਕੱਟਣਾ ਜਾਂ ਕੋਈ ਕਲਾ ਦਿਖਾਉਣੀ ਹੈ, ਇਹ ਜਿਹੜਾ ਰੁਮਾਲ ਨੂੰ ਕੱਟ ਕੇ ਤੇ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਕਰ, ਜੋ ਤੂੰ ਬਚਨ ਕਰੇਗਾ ਉਹ ਬਚਨ ਪੂਰਾ ਹੋ ਜਾਵੇਗਾ। ਇਸ ਤਰ੍ਹਾਂ ਉਹਨਾਂ ਨੂੰ ਦੇ ਕਰਕੇ ਭੇਜਿਆ। ਜਦੋਂ ਉਹ ਪਹਾੜੀ ਇਲਾਕੇ ਦੇ ਵਿੱਚ ਗਏ ਤੇ ਉੱਥੇ ਰਾਜੇ ਦਾ ਬੱਚਾ ਜਿਹੜਾ ਹੈ ਉਹ ਬੇਹੋਸ਼ ਹੋ ਗਿਆ ਤੇ ਸਾਰੇ ਵੈਦ ਹਕੀਮ ਉਹਨਾਂ ਨੇ ਕਹਿ ਦਿੱਤਾ ਕਿ ਭਾਈ ਇਹ ਬੱਚਾ ਬਚ ਨਹੀਂ ਸਕਦਾ, ਇਹਨੇ ਮਰ ਜਾਣਾ, ਥੋੜੇ ਇਹਦੇ ਕੋਲ ਸਮਾਂ ਹੈ। ਉਸ ਵੇਲੇ ਉਹ ਗੁਰਮੁਖ ਪਿਆਰਾ ਜਿਹਨੂੰ ਸਤਿਗੁਰੂ ਮਹਾਰਾਜ ਜੀ ਨੇ ਭੇਜਣਾ ਕੀਤਾ, ਸਧਾਰਨ ਜੀ ਸੀ, ਕੋਈ ਉਹਦੇ ਕੋਲ ਕਰਾਮਾਤਾਂ ਸ਼ਕਤੀਆਂ ਨਹੀਂ ਸਨ, ਲੇਕਿਨ ਮਹਾਰਾਜ ਜੀ ਨੇ ਉਹਨੂੰ ਸ਼ਕਤੀ ਦਾ ਘਰ ਬਣਾ ਦਿੱਤਾ। ਉਹ ਗੁਰਮੁਖ ਪਿਆਰਾ ਜਦੋਂ ਮਹਾਰਾਜ ਜੀ ਦਾ ਭਤੀਜਾ ਗਿਆ, ਜਾ ਕਰਕੇ ਰੁਮਾਲ ਕੱਢ ਕੇ ਉਹਦੇ ਮੂੰਹ ਤੇ ਪਾਇਆ ਤੇ ਗੁਰਬਾਣੀ ਦਾ ਜਾਪ ਕੀਤਾ ਤੇ ਉਹ ਬੱਚਾ ਜਿਹੜਾ ਹੈ ਤੁਰੰਤ ਉੱਠ ਕੇ ਆਇਆ। ਥੋੜੇ ਕੁ ਦਿਨਾਂ 2-4 ਦਿਨਾਂ ਦੇ ਵਿੱਚ ਹੀ ਉਹਦੀ ਸਾਰੀ ਬਿਮਾਰੀ ਚੱਲ ਗਈ, ਤਰੋ ਤਾਜ਼ਾ ਹੋ ਗਿਆ, ਨਵਾਂ ਨਿਰੋਗਾ ਹੋ ਗਿਆ। ਤੇ ਰਾਜਾ ਜਿਹੜਾ ਹੈ ਉਹਨਾਂ ਦਾ ਫਿਰ ਮੁਰੀਦ ਬਣ ਗਿਆ। ਕਿਹਾ ਕਿ ਭਾਈ ਤੁਸੀਂ ਹੁਣ ਦੱਸੋ ਮੈਂ ਤੁਹਾਡੀ ਕੀ ਸੇਵਾ ਕਰਨਾ ਕਰਾਂ। ਫਿਰ ਉਹਨਾਂ ਨੇ ਕਿਹਾ ਕਿ ਭਾਈ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਉਹਨਾਂ ਨੇ ਕਿਹਾ ਕਿ ਭਾਈ ਤੂੰ ਸਾਡਾ ਗੁਰੂ ਹੈ। ਉਹਨੇ ਕਿਹਾ ਨਹੀਂ ਭਾਈ ਮੈਂ ਗੁਰੂ ਨਹੀਂ ਹਾਂ, ਮੈਂ ਤਾਂ ਗੁਰੂ ਦਾ ਇੱਕ ਅਦਨਾ ਜਿਹਾ ਸੇਵਾਦਾਰ ਹਾਂ। ਉਹਨਾਂ ਪਹਾੜੀਆਂ ਨੇ ਕਿਹਾ ਕਿ ਭਾਈ ਤੇਰੇ ਕੋਲ ਤਾਂ ਕਰਾਮਾਤਾਂ ਬਹੁਤ ਸਾਰੀਆਂ ਹਨ। ਉਹਨੇ ਕਿਹਾ ਕਿ ਭਾਈ ਕਿ ਗੁਰੂ ਮਹਾਰਾਜ ਜੀ ਨੇ ਕਿਣਕਾ ਮਾਤਰ ਮੈਨੂੰ ਕਰਾਮਾਤ ਬਖਸ਼ਿਸ਼ਾਂ ਦਿੱਤੀਆਂ ਤੇ ਤੁਹਾਨੂੰ ਪਤਾ ਨਹੀਂ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਉਹ ਤਾਂ ਸਾਖਸ਼ਾਤ ਸ਼ਕਤੀਆਂ ਦੇ ਕਰਾਮਾਤਾਂ ਦੇ ਘਰ ਹਨ। ਮੇਰੇ ਕੋਲ ਤਾਂ ਕਿਣਕਾ ਮਾਤਰ ਸ਼ਕਤੀ ਹੈ, ਉਹਨੂੰ ਵੇਖ ਕਰਕੇ ਤੁਸੀਂ ਪ੍ਰਭਾਵਿਤ ਹੋ ਰਹੇ ਹੋ। ਤੇ ਸੱਚੇ ਗੁਰੂ ਦੇ ਦਰਸ਼ਨ ਕਰਨੇ, ਚਲੋ ਸ਼੍ਰੀ ਗੋਇੰਦਵਾਲ ਸਾਹਿਬ ਜੀ ਦੇ ਵਿੱਚ ਜਾ ਕਰਕੇ ਆਪਾਂ ਦਰਸ਼ਨ ਕਰੀਏ।
ਫਿਰ ਉੱਥੋਂ ਫਿਰ ਲੱਕੜਾਂ ਆਦਿਕ ਜੋ ਵਸਤੂਆਂ ਸੀ ਉਹ ਲਿਆ ਕਰਕੇ ਫਿਰ ਆਪ ਰਾਜਾ ਆਇਆ, ਉਹਨੇ ਮਹਾਰਾਜ ਜੀ ਦੇ ਦਰਸ਼ਨ ਕੀਤੇ। ਕਹਿਣ ਦਾ ਮਤਲਬ ਅਜ਼ਮਤ ਦਾਨੀ ਅਨਕ ਕੇ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਇੱਕ ਦੋ ਬੰਦਿਆਂ ਨੂੰ ਨਹੀਂ, ਬੇਅੰਤ ਲੋਕ ਜਿਹੜੇ ਹਨ, ਜਿਸ ਤਰ੍ਹਾਂ ਕਿ 22 ਮੰਜੀਦਾਰ ਉਹਨਾਂ ਨੂੰ ਅਜ਼ਮਤਾਂ ਦਿੱਤੀਆਂ, 72 ਪੀੜੇ ਜਿਹੜੇ ਹਨ ਉਹਨਾਂ ਨੂੰ ਵੀ ਮਹਾਰਾਜ ਜੀ ਨੇ ਅਜ਼ਮਤਾਂ ਦਿੱਤੀਆਂ। ਇਸ ਤਰ੍ਹਾਂ ਬਹੁਤ ਸਾਰੇ ਲੋਕਾਂ ਨੂੰ ਅਜ਼ਮਤਾਂ ਦਿੱਤੀਆਂ। ਸ਼੍ਰੀ ਗੁਰੂ ਅਮਰ ਸੁਜਾਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜਿਹੜੇ ਅੰਤਰਜਾਮੀ ਬੜੇ ਸੁਜਾਨ ਹਨ। ਸੋਢੀ ਕੁਲ ਸਮ ਗਗਨ ਮੈਂ ਬਿਜ ਤੇ ਭਾਨ ਮਨਿੰਦ। ਚੌਥੇ ਪਾਤਸ਼ਾਹ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਹੁਣ ਮੰਗਲ ਆਵੇਗਾ। ਕਵੀ ਰਾਜ ਜੀ ਦੱਸਦੇ ਹਨ, ਸੋਢੀ ਕੁਲ ਸਮ ਗਗਨ ਮੈਂ, ਕਿ ਸੋਢੀ ਕੁਲ ਰੂਪੀ ਇਹ ਗਗਨ ਆਕਾਸ਼ ਦੇ ਵਿੱਚ ਬਿਦ ਤੇ ਭਾਨ ਮਨਿੰਦ। ਜਿਸ ਤਰ੍ਹਾਂ ਆਕਾਸ਼ ਖਾਲੀ ਹੋਵੇ ਤੇ ਉਹਦੀ ਸ਼ੋਭਾ ਨਹੀਂ ਹੁੰਦੀ ਹੈ, ਜਦੋਂ ਆਕਾਸ਼ ਦੇ ਵਿੱਚ ਗੁਰਮੁਖਾ ਸੂਰਜ ਚੜ ਜਾਂਦਾ ਤਾਂ ਫਿਰ ਦੇਖੋ ਕਿਸ ਤਰ੍ਹਾਂ ਸਾਰਾ ਬ੍ਰਹਿਮੰਡ ਆਕਾਸ਼ ਲੋਕ ਪ੍ਰਕਾਸ਼ਮਾਨ ਹੋ ਜਾਂਦਾ। ਤੇ ਸੱਚ ਹੈ, ਅੱਜ ਜਿਸ ਤਰ੍ਹਾਂ ਆਪਾਂ ਸਤਿਗੁਰੂ ਮਹਾਰਾਜ ਜੀ ਦੇ ਜਸ ਦੇ ਵਿੱਚ ਸੋਢੀ ਕੁਲ ਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਈ ਵਾਰੀ ਨਾਮ ਆਇਆ ਕਿ ਸੋਢੀ ਸ੍ਰੇਸ਼ਟ ਸਗਲ ਤਾਰਨ ਕਉ, ਅਬ ਗੁਰ ਰਾਮਦਾਸ ਕਉ ਮਿਲੀ ਵਡਾਈ। ਜਾਨ ਨਾ ਦੇਸਾਂ ਸੋਢੀਆ, ਹੋਰਸ ਅਜਰ ਨਾ ਜਰੀਆ ਜਾਵੈ, ਧਰ ਹੀ ਕੀ ਵਤ ਘਰੈ ਰਹਾਵੈ। ਕਿ ਸੋਢੀ ਕੁਲ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਤੀਜੇ ਪਾਤਸ਼ਾਹ ਜੀ ਨੇ ਵਰ ਦਿੱਤਾ ਸੀ ਕਿ ਅੱਜ ਤੋਂ ਬਾਅਦ ਗੁਰਤਾ ਗੱਦੀ ਸੋਢੀ ਪਰਿਵਾਰ ਦੇ ਵਿੱਚ ਰਵੇਗੀ। ਲੇਕਿਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜਦੋਂ ਸੋਢੀ ਕੁਲ ਦੇ ਵਿੱਚ ਪ੍ਰਗਟ ਨਹੀਂ ਹੋਏ, ਉਸ ਤੋਂ ਪਹਿਲੇ ਸਾਧ ਸੰਗਤ ਜੀ ਸੋਢੀ ਪਰਿਵਾਰ ਨੂੰ ਕੋਈ ਨਹੀਂ ਜਾਣਦਾ ਸੀ, ਕੋਈ ਉਹਦਾ ਨਾਮ ਵੀ ਨਹੀਂ ਲੈਂਦਾ ਸੀ। ਤੇ ਜਦੋਂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸੇਵਕ ਦੇ ਰੂਪ ਦੇ ਵਿੱਚ ਗੋਇੰਦਵਾਲ ਸਾਹਿਬ ਜੀ ਦੇ ਵਿੱਚ ਪਾਤਸ਼ਾਹ ਜੀ ਸੇਵਾ ਕਰਿਆ ਕਰਦੇ ਸਨ, ਤੇ ਕੀ ਹੋਇਆ, ਜਿਹੜੇ ਸ਼ਰੀਕੇ ਜਿਹੜੇ ਰਿਸ਼ਤੇਦਾਰ ਸਨ, ਇਹ ਸਾਧ ਸੰਗਤ ਜੀ ਉਹੀ ਰਿਸ਼ਤੇਦਾਰ ਸਨ ਜਦੋਂ ਸਤਿਗੁਰੂ ਮਹਾਰਾਜ ਜੀ ਦੇ ਬਚਪਨ ਦੇ ਵਿੱਚ ਉਹਨਾਂ ਦੇ ਸਿਰ ਤੋਂ ਮਾਤਾ ਜੀ ਦਾ ਸਾਇਆ ਉੱਠ ਗਿਆ, ਬਾਅਦ ਵਿੱਚ ਪਿਤਾ ਜੀ ਦਾ ਵੀ ਹਰਦਾਸ ਜੀ ਦਾ ਵੀ ਸਾਇਆ ਉੱਠ ਗਿਆ। 7-8 ਸਾਲਾਂ ਦੇ ਵਿੱਚ ਮੇਰੇ ਸੱਚੇ ਪਾਤਸ਼ਾਹ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਜਿਨ੍ਹਾਂ ਦਾ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਪਾਵਨ ਦਿਹਾੜਾ ਗੁਰਪੁਰਬ ਵੀ ਮਨਾਉਣਾ ਹੈ ਬਹੁਤ ਚੜ੍ਹਦੀ ਕਲਾ ਦੇ ਵਿੱਚ, ਜਦੋਂ ਮਾਤਾ ਪਿਤਾ ਜੀ ਦਾ ਸਾਇਆ ਉੱਠ ਗਿਆ, ਲੋਕਾਂ ਨੇ ਬੂਹੇ ਬੰਦ ਕਰ ਦਿੱਤੇ। ਸੋਢੀ ਪਰਿਵਾਰ ਵਾਲਿਆਂ ਨੇ ਬੂਹੇ ਬੰਦ ਕਰ ਦਿੱਤੇ, ਕਿਹਾ ਕਿ ਭਾਈ ਇਹ ਯਤੀਮ ਹੋ ਗਿਆ। ਕਹਿਣ ਵਾਲਿਆਂ ਨੇ ਗੁਰਮੁਖੋ ਇੱਥੋਂ ਤੱਕ ਕਹਿ ਦਿੱਤਾ ਕਿ ਇਹ ਬੱਚਾ ਮਨਹੂਸ ਹੈ, ਇਹਦਾ ਸਾਇਆ ਜੇ ਸਾਡੇ ਘਰ ਦੇ ਵਿੱਚ ਪੈ ਗਿਆ, ਸਾਡੇ ਬੱਚਿਆਂ ਦੇ ਉੱਤੇ ਪੈ ਗਿਆ, ਸਾਡੇ ਬੱਚੇ ਵੀ ਮਨਹੂਸ ਹੋ ਜਾਣਗੇ। ਕਈਆਂ ਨੇ ਕਿਹਾ ਦਲਿੱਦਰ ਹੈ ਬੱਚਾ, ਜੰਮਦੇ ਸਾਥੀ ਆਪਣੇ ਮਾਂ-ਬਾਪ ਨੂੰ ਖਾ ਗਿਆ, ਸਾਡੇ ਘਰ ਦੇ ਵਿੱਚ ਆ ਗਿਆ, ਸਾਡੇ ਘਰ ਦੇ ਵਿੱਚ ਵੀ ਦਲਿੱਦਰਤੀ ਆ ਜਾਵੇਗੀ। ਮਹਾਰਾਜ ਜੀ ਦੇ ਨਾਨੀ ਜੀ ਜੋ ਹਨ, ਨਾਨੀ ਜੀ ਗਏ, ਜਾ ਕਰਕੇ ਸੋਢੀ ਪਰਿਵਾਰ ਦੇ ਵੱਡ ਵਡੇਰੇ ਜਿੰਨੇ ਵੀ ਸੀ ਉਹਨਾਂ ਨੂੰ ਕਿਹਾ, ਉਹਨਾਂ ਦੇ ਅੱਗੇ ਤਰਲੇ ਕੱਢਣੇ ਕੀਤੇ ਤੇ ਕਿਹਾ ਕਿ ਮੈਂ ਤਾਂ ਭਾਈ ਬੁੱਢੀ ਹੋ ਗਈ ਹਾਂ, ਬਜ਼ੁਰਗ ਹਾਂ, ਤੇ ਮੈਂ ਤਾਂ ਉੱਥੇ ਬਾਸਰ ਕੇ ਰਹਿੰਦੀ ਹਾਂ, ਹੁਣ ਇਹ ਤੁਹਾਡੇ ਕੁਲ ਦਾ ਬੱਚਾ ਹੈ, ਇਹ ਸੋਢੀਆਂ ਦਾ ਬੱਚਾ ਹੈ, ਤੇ ਇਹਦੇ ਮਾਂ-ਬਾਪ ਦਾ ਸਾਇਆ ਉੱਠ ਗਿਆ, ਤੁਸੀਂ ਇਹਦੀ ਪਰਵਰਿਸ਼ ਕਰਨਾ ਕਰੋ। ਸਾਰਿਆਂ ਨੇ ਸਾਧ ਸੰਗਤ ਜੀ ਬੂਹੇ ਬੰਦ ਕਰ ਦਿੱਤੇ। ਇਹੀ ਹੁੰਦਾ ਮਹਾਰਾਜ ਨੇ ਕਿਹਾ ਨਾ, ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਘੇਰੈ, ਵਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇਰੈ। ਜਦੋਂ ਸੁਖ ਦਾ ਸਮਾਂ ਹੋਵੇ, ਸੌਖਾ ਸਮਾਂ ਹੋਵੇ, ਸਾਰੇ ਰਿਸ਼ਤੇਦਾਰ, ਦੂਰ ਦਾ ਵੀ ਬੰਦਾ ਕੋਈ ਨਗਰ ਨਿਵਾਸੀ ਵੀ ਹੋਵੇ ਨਾ, ਉਹ ਵੀ ਕਹਿੰਦਾ ਜੀ ਸਾਡੇ ਨਗਰ ਦਾ ਬੰਦਾ ਹੈ, ਡੀਂਗਾ ਮਾਰਦੇ। ਕੋਈ ਰਿਸ਼ਤਾ ਨਾ ਵੀ ਹੋਵੇ, ਐਵੇਂ ਬਹੁਤ ਦੂਰ ਦਾ ਟਾਂਕਾ ਜੋੜ ਕੇ ਆਪਾਂ ਕਹਿ ਦਿੰਦੇ ਹਾਂ ਜੀ ਇਹ ਸਾਡਾ ਰਿਸ਼ਤੇਦਾਰ ਹੈ ਜੀ, ਇਹ ਤਾਂ ਆਪਣਾ ਬੱਚਾ ਹੈ। ਲੇਕਿਨ ਉਹੀ ਕੋਈ ਵਿਪਤਾ ਦੇ ਵਿੱਚ ਫਸ ਜਾਵੇ ਜਾਂ ਉਹਦੇ ਉੱਤੇ ਦੁੱਖ ਆ ਜਾਵੇ, ਤੇ ਨਜ਼ਦੀਕ ਦੇ ਰਿਸ਼ਤੇਦਾਰ ਉਹ ਵੀ ਕੰਨੀ ਕਤਰਾ ਦਿੰਦੇ, ਉਹ ਵੀ ਕਹਿ ਦਿੰਦੇ ਜੀ ਨਹੀਂ ਜੀ ਸਾਡਾ ਉਹਨਾਂ ਦਾ ਕੋਈ ਬੋਲ ਚਾਲ ਨਹੀਂ ਹੈ, ਸਾਡਾ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ, ਭਾਵੇਂ ਕਿ ਉਹ ਸੱਕੇ ਰਿਸ਼ਤੇਦਾਰ ਕਿਉਂ ਨਾ ਹੋਵੇ। ਸਕੇ ਭਰਾ ਭੈਣ ਵੀ ਵਿਪਤਾ ਦੇ ਵਿੱਚ ਮਾਂ ਬਾਪ ਵੀ ਸਾਥ ਛੱਡ ਦਿੰਦੇ ਹਨ। ਸਾਰਿਆਂ ਨੇ ਸਾਥ ਛੱਡ ਦਿੱਤਾ ਤੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਕੋਲ ਗੋਇੰਦਵਾਲ ਸਾਹਿਬ ਜੀ ਦੇ ਵਿੱਚ ਆਏ।
ਸਾਖੀ ਬਹੁਤ ਵੱਡੀ ਆ, ਲੰਬੇਰੀ ਆ, ਆਪਾਂ ਮੈਂ ਸੰਖੇਪ ਦੇ ਵਿੱਚ ਬੇਨਤੀ ਕਰ ਦੇਵਾਂ। ਫਿਰ ਸਾਧ ਸੰਗਤ ਜੀ ਇਹ ਸੋਢੀ ਪਰਿਵਾਰ ਵਾਲੇ ਗੰਗਾ ਇਸ਼ਨਾਨ ਦੇ ਲਈ ਜਾ ਰਹੇ ਸਨ ਤੇ ਇਸ਼ਨਾਨ ਕਰਕੇ ਯਾਤਰਾ ਕਰਕੇ ਵਾਪਸ ਜਦੋਂ ਆ ਰਹੇ, ਇਹਨਾਂ ਨੂੰ ਪਤਾ ਸੀ ਤੇ ਬੁੱਢਿਆਂ ਨੇ ਕਿਹਾ, ਸੋਢੀ ਪਰਿਵਾਰ ਵਾਲਿਆਂ ਨੇ, ਕਿ ਭਾਈ ਸਾਡਾ ਹਰਦਾਸ ਜੀ ਦਾ ਲੜਕਾ ਜਿਹੜਾ ਹੈ ਰਾਮਦਾਸ ਹੈ, ਤੇ ਸੁਣਿਆ ਕਿ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਲੜਕੀ ਦੇ ਨਾਲ ਉਹਨਾਂ ਦਾ ਵਿਵਾਹ ਹੋ ਗਿਆ। ਗੁਰੂ ਅਮਰਦਾਸ ਜੀ ਮਹਾਰਾਜ ਜਗਤ ਗੁਰੂ ਹਨ, ਉਹਨਾਂ ਦੇ ਲੜਕੀ ਦੇ ਨਾਲ ਵਿਆਹ ਹੋ ਗਿਆ, ਭਾਵ ਕਿ ਉਹ ਤਾਂ ਘਰ ਜਮਾਈ ਬਣ ਗਿਆ। ਤੇ ਜਿਹੜਾ ਬੰਦਾ ਘਰ ਜਮਾਈ ਬਣ ਜਾਵੇ ਤੇ ਉਹਦੀ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਲੋਕ ਕਿੰਨੀ ਕਦਰ ਕਰਦੇ ਹਨ। ਤੇ ਇਹਨਾਂ ਦੇ ਮਨ ਵਿੱਚ ਆਇਆ, ਇਹ ਉਹੀ ਲੋਕ ਸੀ ਜਦੋਂ ਵਿਪਤਾ ਪੈ ਗਈ ਬੂਹੇ ਬੰਦ ਕਰ ਦਿੱਤੇ। ਅੱਜ ਇਹਨਾਂ ਨੂੰ ਲੱਗਿਆ ਕਿ ਭਾਈ ਗੁਰੂ ਰਾਮਦਾਸ ਜੀ ਮਹਾਰਾਜ ਇੱਥੇ ਆਨੰਦ ਮੌਜਾਂ ਮਾਣ ਰਹੇ ਹੋਣਗੇ, ਚਲੋ ਇੱਥੇ ਰੁਕ ਕਰਕੇ 2-3 ਦਿਨ ਆਪਾਂ ਬਤੀਤ ਕਰੀਏ, ਆਪਾਂ ਵੀ ਆਨੰਦ ਮਾਣ ਕਰਕੇ ਫਿਰ ਅੱਗੇ ਚਲੀਏ। ਇਹ ਸਾਰੇ ਬਜ਼ੁਰਗ ਸੋਢੀ ਪਰਿਵਾਰ ਦੇ ਪਹੁੰਚ ਗਏ ਗੋਇੰਦਵਾਲ ਸਾਹਿਬ ਦੇ ਵਿੱਚ। ਉੱਥੇ ਕੀ ਤੱਕਦੇ ਕਿ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਉੱਥੇ ਕਾਰ ਸੇਵਾ ਕਰ ਰਹੇ ਹਨ, ਟੋਕਰੀਆਂ ਚੁੱਕ ਰਹੇ ਹਨ, ਸਿਰ ਦੇ ਉੱਤੇ ਟੋਕਰਾ ਧਰਿਆ ਹੋਇਆ, ਮਿੱਟੀ ਗਾਰਾ ਜਿਹੜਾ ਬਾਉਲੀ ਸਾਹਿਬ ਦਾ ਬਾਹਰ ਕੱਢ ਰਹੇ। ਸਾਰੇ ਬਸਤਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਮਿੱਟੀ ਗਾਰੇ ਦੇ ਨਾਲ ਲਿਬੜ ਗਏ। ਇਸ ਤਰ੍ਹਾਂ ਵੇਖ ਕਰਕੇ ਇਹਨਾਂ ਬਜ਼ੁਰਗਾਂ ਨੂੰ ਬੜਾ ਗੁੱਸਾ ਆਇਆ ਤੇ ਜਾ ਕਰਕੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਤਾਣਾ ਮੇਣਾ ਮਾਰਿਆ ਤੇ ਕਿਹਾ ਕਿ ਭਾਈ ਤੂਨੇ ਤਾਂ ਸਾਡੇ ਕੁਲ ਦਾ ਨਾਮ ਕਲੰਕਿਤ ਕਰ ਦਿੱਤਾ। ਜੇ ਸਹੁਰੇ ਪਰਿਵਾਰ ਦੇ ਵਿੱਚ ਨੌਕਰੀ ਕਰਨੀ ਤਾਂ ਫਿਰ ਇੱਥੇ ਵਿਆਹ ਕਿਉਂ ਕੀਤਾ? ਸਾਨੂੰ ਤਾਂ ਲੱਗਿਆ ਕਿ ਵੱਡੇ ਪਰਿਵਾਰ ਦੇ ਵਿੱਚ ਸਾਡੇ ਬੱਚੇ ਦਾ ਵਿਆਹ ਹੋ ਗਿਆ, ਬਹੁਤ ਇੱਥੇ ਆਨੰਦ ਖੁਸ਼ੀਆਂ ਮਾਣ ਰਿਹਾ ਹੋਵੇਗਾ, ਲੇਕਿਨ ਇੱਥੇ ਆ ਕਰਕੇ ਵੀ ਤੂੰ ਸਹੁਰੇ ਪਰਿਵਾਰ ਦੇ ਵਿੱਚ ਮਜ਼ਦੂਰੀ ਕਰ ਰਿਹਾ। ਨਿਕੰਮੇ ਦਾਮਾਦ ਵੀ ਜਿਹੜੇ ਹਨ ਸਹੁਰੇ ਪਰਿਵਾਰ ਦੇ ਵਿੱਚ ਰਾਜੇ ਬਣ ਕੇ, ਜਵਾਈ ਰਾਜਾ ਬਣ ਕੇ ਰਹਿੰਦੇ, ਤੂੰ ਸਹੁਰੇ ਪਰਿਵਾਰ ਦੇ ਵਿੱਚ ਨੌਕਰੀਆਂ ਕਰ ਰਿਹਾ, ਤ੍ਰਿਗਾਕਾਰ ਹੈ। ਸਾਧ ਸੰਗਤ ਜੀ ਬਹੁਤ ਉਹਨਾਂ ਨੇ ਭਦੀਆਂ ਸ਼ਬਦਾਵਲੀ ਵਰਤੋਂ ਕਰਨੀ ਕੀਤੀ ਹੈ। ਸਤਿਗੁਰੂ ਮਹਾਰਾਜ ਨੇ ਕੁਛ ਨਹੀਂ ਬੋਲਿਆ ਤੇ ਬਾਅਦ ਦੇ ਵਿੱਚ ਇਹ ਬਜ਼ੁਰਗ ਜਿਹੜੇ ਹਨ ਸੋਢੀ ਪਰਿਵਾਰ ਦੇ ਨਾਲ ਤੋਂ ਰਿਹਾ ਨਹੀਂ ਗਿਆ। ਜਾ ਕਰਕੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ ਉਲਾਮਾ ਦੇ ਦਿੱਤਾ ਤੇ ਕਿਹਾ ਕਿ ਸਤਿਗੁਰੂ ਮਹਾਰਾਜ ਆਪ ਜੀ ਤਾਂ ਵੱਡੇ ਹੋ, ਸਮਝਦਾਰ ਹੋ, ਸਿਆਣੇ ਹੋ, ਤੁਹਾਨੂੰ ਤਾਂ ਥੋੜ੍ਹੀ ਸਮਝ ਰਹਿਣੀ ਚਾਹੀਦੀ ਹੈ। ਸਾਧ ਸੰਗਤ ਜੀ ਮਾਫ਼ ਕਰਨਾ, ਦਾਸ ਕੁਝ ਜਿਹੜੇ ਸ਼ਬਦ ਵਰਤ ਰਿਹਾ ਇਹ ਆਪਣੇ ਨਹੀਂ ਹਨ। ਜੋ ਉਹਨਾਂ ਲੋਕਾਂ ਨੇ ਤਾਣਾ ਮੇਣਾ ਉਲਾਮੇ ਦਿੱਤੇ ਮੈਂ ਉਹ ਆਪ ਜੀ ਦੇ ਅੱਗੇ ਪੇਸ਼ ਕਰ ਰਿਹਾ। ਇਹਨਾਂ ਨੇ ਕਿਹਾ ਮਹਾਰਾਜ ਤੁਸੀਂ ਤਾਂ ਸਮਝਦਾਰ ਹੋ, ਇਹ ਤਾਂ ਬੱਚਾ ਯਤੀਮ ਹੈ, ਨਾ ਸਮਝ ਹੈ, ਤੇ ਚਲੋ ਇਹ ਤਾਂ ਕੋਈ ਕੰਮ ਕਰ ਰਿਹਾ, ਤੁਸੀਂ ਤਾਂ ਸਿਆਣੇ। ਤੇ ਕੋਈ ਬੰਦਾ ਸਿਆਣਾ ਬੰਦਾ ਆਪਣੇ ਜਵਾਈ ਨੂੰ ਆਪਣੇ ਘਰ ਦੇ ਵਿੱਚ ਕੰਮ ਥੋੜ੍ਹੀ ਕਰਾਉਂਦਾ। ਜੇ ਕੰਮ ਹੀ ਕਰਾਉਣਾ ਤੇ ਕੋਈ ਵਧੀਆ ਕੰਮ ਕਰਾਉਂਦੇ ਤੇ ਤੁਸੀਂ ਜਾ ਕਰਕੇ ਇਹਨੂੰ ਮਿੱਟੀ ਗਾਰਾ ਚੁੱਕਣ ਦੇ ਲਈ ਲਾ ਦਿੱਤਾ। ਜਦੋਂ ਇਹ ਬਚਨ ਕੀਤਾ ਨਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਿਹਾ, ਗੁਰੂ ਅਮਰਦਾਸ ਜੀ ਮਹਾਰਾਜ ਨੇ ਕਿਹਾ ਕਿ ਭਲਿਓ ਜਦੋਂ ਇਹ ਬਿਪਤਾ ਦੇ ਵਿੱਚ ਸੀ ਤੇ ਤੁਸਾਂ ਨੇ ਬੂਹੇ ਬੰਦ ਕਰ ਦਿੱਤੇ, ਕੋਈ ਲਾਗੇ ਨਹੀਂ ਆਇਆ, ਧੱਕੇ ਮਾਰ ਕਰਕੇ ਲਾਹੌਰੋਂ ਤੁਸਾਂ ਨੇ ਕੱਢ ਦਿੱਤਾ, ਕਿਹਨੇ ਬਾਣੀ ਪਕੜਨੀ ਕੀਤੀ। ਅੱਜ ਇੱਥੇ ਆਏ ਹੋ, ਇੱਥੇ ਸਾਨੂੰ ਬੋਲਦੇ ਹੋ, ਤੁਹਾਨੂੰ ਕੀ ਲੱਗ ਰਿਹਾ? ਤੁਸੀਂ ਕਹਿੰਦੇ ਨਾ ਇਹ ਮਿੱਟੀ ਗਾਰੇ ਦੇ ਨਾਲ, ਕਿਚੜ ਦੇ ਨਾਲ ਲਿਬੜੇ ਹੋਏ ਹਨ। ਮਹਾਰਾਜ ਨੇ ਕਿਹਾ ਸਾਡੀ ਨਿਗਾਹ ਦੇ ਨਾਲ ਵੇਖਣਾ ਕਰੋ, ਇਹ ਮਿੱਟੀ ਗਾਰਾ ਨਹੀਂ ਹੈ, ਇਹ ਚੰਦਨ ਕੇਸਰ ਦਾ ਤਿਲਕ ਹੈ। ਚੰਦਨ ਕੇਸਰ ਇਹਨਾਂ ਦੇ ਤਨ ਦੇ ਉੱਤੇ ਚਰਚਿਤ ਕੀਤਾ ਗਿਆ ਹੈ। ਜੋ ਤੁਸੀਂ ਕਹਿੰਦੇ ਨਾ ਸਿਰ ਦੇ ਉੱਤੇ ਟੋਕਰਾ ਇਹਨਾਂ ਨੇ ਢੋਣਾ ਕੀਤਾ ਹੈ, ਸਾਡੀ ਨਿਗਾਹ ਦੇ ਨਾਲ ਵੇਖੋ, ਇਹਨਾਂ ਦੇ ਸਿਰ ਦੇ ਉੱਤੇ ਟੋਕਰਾ ਨਹੀਂ, ਇਹ ਛਤਰ ਦੇ ਮਾਲਕ ਬਣਨਗੇ। ਅੱਗੇ ਜਾ ਕਰਕੇ ਇਹਨਾਂ ਨੂੰ ਛਤਰ ਦੀ ਪ੍ਰਾਪਤੀ ਹੋਵੇਗੀ। ਤੇ ਤੁਸੀਂ ਕਹਿੰਦੇ ਹੋ ਸਾਡੀ ਕੁਲ ਨੂੰ ਇਹਨੇ ਬਰਬਾਦ ਕਰ ਦਿੱਤਾ, ਕਲੰਕਿਤ ਕਰ ਦਿੱਤਾ, ਸਾਡੇ ਕੁਲ ਦਾ ਨਾਮ ਇਹਨੇ ਜਿਹੜਾ ਹੈ ਕਲੰਕਿਤ ਕਰਨਾ ਕੀਤਾ ਹੈ। ਸਤਿਗੁਰੂ ਮਹਾਰਾਜ ਨੇ ਕਿਹਾ ਕਿ ਕਲੰਕਿਤ ਨਹੀਂ ਕੀਤਾ ਭਾਈ, ਤੁਹਾਡੇ ਕੁਲ ਦਾ ਨਾਮ ਇਹਨਾਂ ਨੇ ਰੌਸ਼ਨ ਕਰਨਾ ਕੀਤਾ। ਜੇ ਗੁਰੂ ਰਾਮਦਾਸ ਜੀ ਮਹਾਰਾਜ ਸੋਢੀ ਪਰਿਵਾਰ ਦੇ ਵਿੱਚ ਨਹੀਂ ਹੁੰਦੇ ਤੇ ਤੁਹਾਡੀਆਂ ਕੁਲਾਂ ਦੀਆਂ ਕੁਲਾਂ ਜਿਹੜੀਆਂ ਗਰਕ ਜਾਣੀਆਂ ਸਨ। ਤੁਹਾਡਾ ਨਾਮ ਕੌਣ ਪੁੱਛਣ ਵਾਲਾ ਸੀ? ਸੱਚ ਸਾਧ ਸੰਗਤ ਜੀ ਅੱਜ ਵੀ ਆਪਾਂ ਜੇ ਵਿਚਾਰ ਕਰੀਏ, ਸੋਢੀ ਕੁਲ ਦਾ ਕਿੰਨਾ ਜ਼ਿਆਦਾ ਨਾਮ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਵੀ ਕਈ ਵਾਰੀ ਸੋਢੀ ਸ੍ਰਿਸ਼ਟ ਸਗਲ ਤਾਰਨ ਕਉ, ਸੋਢੀ ਪਰਿਵਾਰ ਦਾ ਨਾਮ ਆਇਆ।
ਇਹ ਕਿਉਂ? ਕਿਉਂਕਿ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਇਸ ਪਰਿਵਾਰ ਦੇ ਵਿੱਚ ਹੋਏ। ਜੇ ਮੇਰੇ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੋਢੀ ਪਰਿਵਾਰ ਦੇ ਵਿੱਚ ਨਹੀਂ ਹੁੰਦੇ ਤਾਂ ਸੱਚ ਜਾਣੋ ਅੱਜ ਸੋਢੀ ਪਰਿਵਾਰ ਦਾ ਨਾਮ ਵੀ ਲੈਣ ਵਾਲਾ ਕੋਈ ਨਹੀਂ ਹੋਵੇਗਾ। ਇਹ ਸਾਰੀ ਵਡਿਆਈ ਗੁਰੂ ਰਾਮਦਾਸ ਜੀ ਮਹਾਰਾਜ ਜੀ ਕਰਕੇ ਸੋਢੀ ਪਰਿਵਾਰ ਨੂੰ ਪ੍ਰਾਪਤ ਹੋਈ ਹੈ। ਸੋ ਕਵੀ ਰਾਜ ਜੀ ਨੇ ਇੱਥੇ ਬਚਨ ਕੀਤਾ ਕਿ ਜਿਸ ਤਰ੍ਹਾਂ ਗਗਨ ਹੁੰਦਾ ਆਕਾਸ਼, ਆਕਾਸ਼ ਦੇ ਵਿੱਚ ਆਕਾਸ਼ ਖਾਲੀ ਹੁੰਦਾ, ਉਹਦੇ ਵਿੱਚ ਜਦੋਂ ਸੂਰਜ ਚੜ ਜਾਵੇ ਤੇ ਕਿਸ ਤਰ੍ਹਾਂ ਸੂਰਜ ਕਰਕੇ ਸਾਰਾ ਆਕਾਸ਼ ਜਿਹੜਾ ਪ੍ਰਕਾਸ਼ਮਾਨ ਹੋ ਜਾਂਦਾ, ਇਸ ਤਰ੍ਹਾਂ ਹੀ ਸੋਢੀ ਕੁਲ ਆਕਾਸ਼ਵਤ ਹੈ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਇਸ ਕੁਲ ਦੇ ਵਿੱਚ ਭਾਨ ਸਮਾਨ ਸੂਰਜ ਦੇ ਵੱਟ ਪ੍ਰਗਟ ਹੋ ਕਰਕੇ ਸੋਢੀ ਕੁਲ ਭੂਸ਼ਣ ਬਣ ਗਏ, ਸੋਢੀ ਕੁਲ ਟੀਕਾ ਬਣ ਗਏ, ਸੋਢੀ ਕੁਲ ਦੇ ਸਤਿਗੁਰੂ ਮਹਾਰਾਜ ਜੀ ਕਲਸ਼ ਬਣ ਗਏ ਹਨ। ਰਾਮਦਾਸ ਸ੍ਰੀ ਸਤਿਗੁਰੂ ਬੰਧੂ ਪਦ ਅਰਵਿੰਦ। ਇਹੋ ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸ਼੍ਰੀ ਗੁਰ ਰਾਮਦਾਸ ਜਯੋ ਜੈ ਜਗ ਮਹਿ ਤੈ ਹਰ ਪਰਮ ਪਦ ਪਾਇਓ। ਇਹੋ ਜੇ ਦੀਨ ਦਿਆਲ ਸਤਿਗੁਰੂ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਮੈਂ ਬਾਰ-ਬਾਰ ਦੰਡੌਤ ਕਰਦਾ ਹਾਂ, ਉਹਨਾਂ ਦੇ ਚਰਨਾਂ ਦੇ ਵਿੱਚ ਬੰਦਨਾ ਕਰਦਾ ਹਾਂ। ਦਾਸਨ ਕੀ ਫਾਸਨ ਕੱਢਾ ਉਪਦੇਸ਼ਤ ਸਤਨਾਮ। ਪੰਚਮ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਦਾ ਮੰਗਲਾ ਚਰਨ ਕਰ ਰਹੇ ਹਨ ਕਿ ਸਤਿਗੁਰੂ ਮਹਾਰਾਜ ਆਪਣੇ ਸੇਵਾਦਾਰ ਜਿਹੜੇ ਸੇਵਕ ਸਿੱਖ ਹਨ ਉਹਨਾਂ ਦੇ ਬੰਧਨ ਜਿਹੜੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬੰਧਨਾਂ ਦੀ ਨਿਵਰਤੀ ਕਰਦੇ ਹਨ। ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ, ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ। ਤੇ ਸਤਿਗੁਰੂ ਮਹਾਰਾਜ ਬੰਧਨਾਂ ਨੂੰ ਨਾਸ਼ ਕਰਨ ਵਾਲੇ ਹਨ। ਤੇ ਪੰਚਮ ਪਾਤਸ਼ਾਹ ਜੀ ਮਹਾਰਾਜ ਸੰਗਤਾਂ ਨੂੰ ਕੀ ਉਪਦੇਸ਼ ਦਿੰਦੇ? ਜਿਹੜਾ ਵੀ ਕੋਈ ਗੁਰੂ ਕਾ ਪਿਆਰਾ ਜਾਂਦਾ ਮਹਾਰਾਜ ਜੀ ਇਹੀ ਉਪਦੇਸ਼ ਦਿੰਦੇ, ਕਹਿੰਦੇ ਕਿ ਭਾਈ ਉਚਾਰਨ ਕਰ ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸਤਨਾਮ ਵਾਹਿਗੁਰੂ ਦਾ ਭਾਈ ਤੂੰ ਜਾਪ ਕਰਨਾ ਕਰ। ਸ੍ਰੀ ਅਰਜਨ ਬਰਜਨ ਕੁਮਤ ਤਿਨ ਪਦ ਪਦਮ ਪ੍ਰਣਾਮ। ਧੰਨ ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੋ ਖੋਟੀ ਮਤ ਨੂੰ ਨਾਸ਼ ਕਰਨ ਵਾਲੇ ਹਨ ਤੇ ਤਿੰਨ ਪਦ ਪਦਮ ਪ੍ਰਣਾਮ, ਉਹਨਾਂ ਦੇ ਚਰਨ ਕਮਲਾਂ ਦੇ ਉੱਤੇ ਮੈਂ ਬਾਰੰਬਾਰ ਪ੍ਰਣਾਮ ਕਰਦਾ ਹਾਂ, ਮੱਥਾ ਟੇਕਦਾ ਹਾਂ। ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਜਬ ਲਾਓ ਨਹੀਂ ਭਾਗ ਲਿਲਾਰ ਉਦੈ ਤਬ ਲਾਓ ਭ੍ਰਮ ਤੇ ਫਿਰਤੇ ਬਹਤਾਇਓ। ਕਲ ਘੋਰ ਸਮੁद्र में बूढ़त थे कब हूँ मिटाए नहीं रे पछतायो। तत विचार यह मथुरा जग तारण का अवतार बनाया। भट्टा ने किया ਸਾਰੇ ਜਗਤ ਨੂੰ ਤਾਰਨ ਦੇ ਲਈ ਗੁਰੂ ਅਰਜੁਨ ਦੇਵ ਜੀ ਮਹਾਰਾਜ ਅਵਤਾਰੀ ਬਣ ਕੇ ਆਏ। ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਆ। ਜਿਨ੍ਹਾਂ ਨੇ ਇੱਕ ਵਾਰੀ ਵੀ ਕਹਿ ਦਿੱਤਾ ਧੰਨ ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ। ਉਚਾਰਨ ਕਰੋ ਧੰਨ ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ। ਫਿਰ ਸੰਕਟ ਜੋਨ ਗਰਭ ਨਾ ਆਇਆ। ਉਹ ਫਿਰ ਸੰਕਟਾਂ ਦੇ ਵਿੱਚ ਨਹੀਂ ਪ੍ਰਾਪਤ ਹੁੰਦਾ, ਉਹਦੀ ਬੰਦ ਖਲਾਸੀ ਹੋ ਜਾਂਦੀ ਹੈ। ਇਸ ਤਰ੍ਹਾਂ ਕਲਯੁਗ ਜਹਾਜ਼ ਅਰਜੁਨ ਗੁਰੂ ਸਗਲ ਸ੍ਰੇਸ਼ਟ ਲਗਬੇ ਤਰਹੁ। ਭੱਟਾ ਨੇ ਬਚਨ ਅਰਜੁਨ ਦੇਵ ਜੀ ਮਹਾਰਾਜ ਇਸ ਤਰ੍ਹਾਂ ਦੇ ਸੰਸਾਰ ਦੇ ਵਿੱਚ This is not a battle bag, but subliminal messages. Name it, I'm the devil's band at the criminal fences. When some motherfuckers with guns, women with princesses. Sending my pendulum swinging, bringing venom temperless. When you're a snake like I am a snake, the giant is great. I ain't scared, so why would you wait for my iron to shake? My hand is steady, look at my... ਸਾਰਾ ਜਗਤ ਵੀ ਆਪ ਜੀ ਦੇ ਜਹਾਜ਼ ਦੇ ਉੱਤੇ ਚੜ ਗਿਆ। ਤੁਹਾਡੇ ਜਹਾਜ਼ ਨੇ ਡੁੱਬਣਾ ਨਹੀਂ, ਸਾਰਿਆਂ ਦਾ ਬੇੜਾ ਬੰਨੇ ਕਰ ਦੇਣਾ, ਸਾਰਿਆਂ ਦਾ ਆਪ ਨੇ ਪਾਰਾਵਾਰ ਕਰ ਦੇਣਾ। ਇੰਨਾ ਵੱਡਾ ਸਤਿਗੁਰੂ ਮਹਾਰਾਜ ਜੀ ਨੇ ਜਹਾਜ਼ ਤਿਆਰ ਕੀਤਾ। ਆਪ ਮਹਾਰਾਜ ਜੀ ਖੁਦ ਜਿਹੜੇ ਜਹਾਜ਼ਵਤ ਹਨ ਤੇ ਸਭ ਤੋਂ ਵੱਡਾ ਜਹਾਜ਼ ਬਾਣੀ ਦਾ ਜਹਾਜ਼ ਜਿਹੜਾ ਹੈ ਮਹਾਰਾਜ ਜੀ ਨੇ ਤਿਆਰ ਕੀਤਾ ਕਿ ਇਹ ਜੋ ਬਾਣੀ ਜਿਹੜੀ ਹੈ ਨਾਨਕ ਨਾਮ ਜਹਾਜ਼ ਹੈ ਚੜ੍ਹੈ ਸੋ ਉਤਰੈ ਪਾਰ। ਜਿਹੜਾ ਵੀ ਇਹ ਨਾਮ ਬਾਣੀ ਦੇ ਜਹਾਜ਼ ਦੇ ਉੱਤੇ ਚੜ੍ਹ ਜਾਂਦਾ ਹੈ ਉਹਦਾ ਸੰਸਾਰ ਦੇ ਵਿੱਚੋਂ ਪਾਰਾਵਾਰ ਹੋ ਜਾਂਦਾ।
ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ, ਜਿਨ੍ਹਾਂ ਨੇ ਸ਼੍ਰੀ ਅੰਮ੍ਰਿਤਸਰ ਸਰੋਵਰ ਜੀ ਨੂੰ ਪੱਕਾ ਕਰਨਾ ਕੀਤਾ, ਜੋ ਖਾਲਸੇ ਦੇ ਝੋਲੀ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਕੇਂਦਰੀ ਅਸਥਾਨ ਜੋ ਹੈ ਸ਼੍ਰੀ ਹਰਿਮੰਦਰ ਸਾਹਿਬ ਖਾਲਸੇ ਦੀ ਸਿੱਖਾਂ ਦੀ ਝੋਲੀ ਦੇ ਵਿੱਚ ਪਾਉਣਾ ਕੀਤਾ ਹੈ। ਤੇ ਮਹਾਰਾਜ ਜੀ ਨੇ ਬਹੁਤ ਸਾਰੇ ਇਤਿਹਾਸਕ ਨਗਰ ਉਹਨਾਂ ਦੀ ਰਚਨਾ ਕਰਨੀ ਕੀਤੀ ਹੈ, ਬਹੁਤ ਸਾਰੇ ਸਰੋਵਰ ਜਿਹੜੇ ਹਨ ਉਹਨਾਂ ਦੀ ਰਚਨਾ ਕਰਨੀ ਕੀਤੀ। ਸਿੱਖ ਮਤ ਦਾ ਬਹੁਤ ਜ਼ਿਆਦਾ ਸਤਿਗੁਰੂ ਮਹਾਰਾਜ ਜੀ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪ੍ਰਚਾਰ ਪ੍ਰਸਾਰ ਕਰਨਾ ਕੀਤਾ। ਮਹਾਰਾਜ ਜੀ ਦੇ ਵੇਲੇ ਸਿੱਖੀ ਦੇਸ਼ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚ ਗਈ ਸੀ ਤੇ ਸਤਿਗੁਰੂ ਮਹਾਰਾਜ ਫਿਰ ਸ਼ਹਾਦਤ ਦੇ ਕਰਕੇ ਸ਼ਹਾਦਤ ਦੀ ਅਵਧ ਨੂੰ ਮਾਨਣਾ ਕੀਤਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੂੰ ਸ਼ਹੀਦਾਂ ਦੇ ਸਿਰਤਾਜ ਕਰਕੇ ਆਪਾਂ ਮਹਾਰਾਜ ਜੀ ਨੂੰ ਸਤਿਕਾਰ ਕਰਦੇ ਹਾਂ। ਸ਼ਹੀਦ ਤਾਂ ਬਹੁਤ ਹੋਏ ਹਨ, ਲੇਕਿਨ ਸਾਰੀਆਂ ਸ਼ਹੀਦਾਂ ਦੇ ਵਿੱਚੋਂ ਸਭ ਤੋਂ ਸ਼੍ਰੋਮਣੀ ਸ਼ਹੀਦ ਸ਼ਹੀਦਾਂ ਦੇ ਸਰਤਾਜ ਧੰਨ ਸਾਹਿਬ ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਹਨ, ਜਿਹੜੇ ਖੋਟੀ ਮਤ ਨੂੰ ਨਾਸ਼ ਕਰਨ ਵਾਲੇ। ਉਹਨਾਂ ਦੇ ਚਰਨਾਂ ਦੇ ਵਿੱਚ ਮੈਂ ਬਾਰੰਬਾਰ ਪ੍ਰਣਾਮ ਕਰਦਾ ਹਾਂ। ਜੋਧਾ ਕ੍ਰੋਧਤ ਜੁਧ ਮਹਿ ਹਿਰਦਾ ਸਥਿਤ ਬ੍ਰਹਮ ਗਿਆਨ। ਛੇਵੇਂ ਪਾਤਸ਼ਾਹ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਕਵੀਰਾਜ ਜੀ ਮੰਗਲਾਚਰਨ ਕਰਦੇ ਹਨ ਕਿ ਜੋਧਾ ਕ੍ਰੋਧਤ ਜੁਧ ਮਹਿ, ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪੰਜ ਪਰ ਉਪਕਾਰੀ ਹਨ। ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀढ़ी ਸੋਢੀਆਂ ਰੂਪ ਦਿਖਾਵਨ ਵਾਰੋ ਵਾਰੀ। ਦਲ ਪੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ, ਦਸਤਗੀਰ ਹੋਏ ਪੰਜ ਪੀਰ ਹਰ ਗੁਰ ਹਰ ਗੋਬਿੰਦ ਅਤੋਲਾ, ਦੀਨ ਦੁਨੀ ਦਾ ਪਾਤਸ਼ਾਹ 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 ਅਡੋਲਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅੰਤਰਜਾਮੀ ਬਾਲਾ ਭੋਲਾ ਵੀ ਹਨ ਤੇ ਦਲ ਪੰਜਨ ਗੁਰ ਸੂਰਮਾ ਵੀ ਹਨ। ਜਦੋਂ ਸਤਿਗੁਰੂ ਮਹਾਰਾਜ ਜੰਗ ਦੇ ਵਿੱਚ ਚੜ੍ਹਦੇ ਹਨ, ਜਦੋਂ ਜੰਗ ਦੀ ਯੁੱਧ ਦੀ ਅਗਵਾਈ ਕਰਦੇ ਤੇ ਸਤਿਗੁਰੂ ਮਹਾਰਾਜ ਜੀ ਵੀਰ ਰਸ ਦੇ ਵਿੱਚ ਆ ਜਾਂਦੇ। ਸਤਿਗੁਰੂ ਮਹਾਰਾਜ ਫਿਰ ਵੀਰ ਰਾਸੀ ਦੇ ਵਿੱਚ ਮਹਾਰਾਜ ਜੀ ਨੇ ਜੰਗਾਂ ਲੜਨੀਆਂ ਕੀਤੀਆਂ। ਸੱਚ ਸਾਧ ਸੰਗਤ ਜੀ, ਜਦੋਂ ਤੱਕ ਸੂਰਮੇ ਦੇ ਅੰਦਰ ਵੀਰ ਰਸ ਨਾ ਹੋਵੇ, ਸੱਚ ਜਾਣੋ ਵੀਰ ਰਸ ਤੋਂ ਬਗੈਰ ਉਹ ਜੰਗ ਨਹੀਂ ਕਰ ਸਕਦਾ। ਇਹ ਹਕੀਕਤ ਹੈ। ਬੰਦੇ ਦੇ ਅੰਦਰ ਸ਼ਾਂਤੀ ਰਸ ਪ੍ਰੇਮ ਰਸ ਹੋਵੇ, ਸ਼ਾਂਤੀ ਰਸ ਪ੍ਰੇਮ ਰਸ ਦੇ ਨਾਲ ਜੰਗ ਨਹੀਂ ਬੰਦਾ ਕਰ ਸਕਦਾ। ਜੰਗ ਦੀ ਮਰਿਆਦਾ ਵੱਖਰੀ ਹੈ। ਜੰਗ ਕਰਨ ਦੇ ਲਈ ਬੰਦੇ ਦੇ ਅੰਦਰ ਵੀਰ ਰਸ ਚਾਹੀਦਾ। ਲੇਕਿਨ ਆਪਾਂ ਵੇਖਦੇ ਹਾਂ ਕਈ ਜਿਹੜੇ ਸੂਰਮੇ ਹੁੰਦੇ ਹਨ, ਜਿਨ੍ਹਾਂ ਦੇ ਅੰਦਰ ਕ੍ਰੋਧ ਆ ਗਿਆ, ਵੀਰ ਰਸ ਆ ਗਿਆ, ਸਦਾ ਹੀ ਵੀਰ ਰਸ ਰਹਿੰਦੇ, ਉਹ ਕਦੇ ਸ਼ਾਂਤੀ ਰਸ ਨੂੰ ਮਾਣ ਹੀ ਨਹੀਂ ਸਕਦੇ ਹਨ। ਤੇ ਕਈ ਵਾਰੀ ਜਿਨ੍ਹਾਂ ਨੇ ਸ਼ਾਂਤੀ ਨੂੰ ਧਾਰਨ ਕਰਨਾ ਕੀਤਾ, ਉਹ ਕਦੇ ਵੀਰ ਰਸ ਨੂੰ ਧਾਰਨ ਨਹੀਂ ਕਰ ਸਕਦੇ। ਉਹ ਕਹਿੰਦੇ ਕਿ ਨਹੀਂ ਜੀ, ਉਹ ਕਹਿੰਦੇ ਅਹਿੰਸਾ ਪਰਮੋ ਧਰਮਾ, ਕਿ ਅਹਿੰਸਾ ਹੀ ਪਰਮ ਧਰਮ ਹੈ ਭਾਈ। ਅਸੀਂ ਸ਼ਾਂਤੀ ਰਸ ਦੇ ਵਿੱਚ ਰਹਿਣ ਵਾਲੇ ਹਾਂ, ਅਸੀਂ ਸ਼ਾਸਤਰਾਂ ਨੂੰ ਨਹੀਂ ਚੁੱਕਣਾ। ਲੇਕਿਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ ਮਹਾਰਾਜ ਜੀ ਸ਼ਾਂਤੀ ਰਸ ਦੇ ਵਿੱਚ ਰਹਿੰਦੇ ਤੇ ਪੂਰੇ ਸ਼ਾਂਤਕੀ ਰਸ ਦੇ ਵਿੱਚ ਬ੍ਰਹਮ ਗਿਆਨ ਦੇ ਰਸ ਦੇ ਵਿੱਚ ਸਥਿਤ ਰਹਿੰਦੇ, ਉੱਥੇ ਸਤਿਗੁਰੂ ਮਹਾਰਾਜ ਜੀ ਦੇ ਅੰਦਰੋਂ ਸ਼ਾਂਤੀ ਕਰੁਣਾ ਵੈਰਾਗ ਜਿਹੜਾ ਹੈ ਡੁੱਲ ਡੁੱਲ ਕਰਕੇ ਪੈਂਦਾ ਹੈ। ਜਦੋਂ ਵੈਰੀ ਸਿਰ ਤੇ ਚੜ ਕੇ ਆ ਜਾਵੇ, ਫਿਰ ਸਤਿਗੁਰੂ ਮਹਾਰਾਜ ਸ਼ਾਂਤੀ ਰਸ ਦੇ ਵਿੱਚ ਨਹੀਂ, ਫਿਰ ਪਾਤਸ਼ਾਹ ਜੀ ਵੀਰ ਰਸ ਦੇ ਵਿੱਚ ਆ ਜਾਂਦੇ ਹਨ। ਇਸ ਤਰ੍ਹਾਂ ਹੀ ਸਾਧ ਸੰਗਤ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ ਕਸ਼ਮੀਰ ਦੀ ਧਰਤੀ ਦੇ ਵਿੱਚ ਸੀ, ਉੱਥੇ ਸਤਿਗੁਰੂ ਮਹਾਰਾਜ ਜੀ ਧਰਮ ਪ੍ਰਚਾਰ ਕਰ ਰਹੇ ਸਨ ਤੇ ਮਹਾਰਾਸ਼ਟਰਾ ਦੇ ਉੱਗੇ ਭਗਤ ਹੋਏ, ਉਹਨਾਂ ਦਾ ਨਾਮ ਹੈ ਸਮਰਥ ਰਾਮਦਾਸ। ਤੇ ਇੱਕ ਸ਼ਿਵਾਜੀ ਮਹਾਰਾਜ ਜੀ ਜੋ ਹੋਏ ਹਨ ਮਹਾਰਾਸ਼ਟਰਾ ਦੇ ਸੰਤ ਸਿਪਾਹੀ ਕਹਿ ਲਿਓ, ਬਹੁਤ ਵੱਡੇ ਇੱਥੋਂ ਦੇ ਉਹਨਾਂ ਨੇ ਮਰਾਠਾ ਸਾਮਰਾਜ ਦੀ ਨੀਂਹ ਰੱਖਣੀ ਕੀਤੀ। ਸ਼ਿਵਾਜੀ ਮਹਾਰਾਜ ਜੀ ਦੇ ਗੁਰੂ ਸਨ ਸਮਰੱਥ ਰਾਮਦਾਸ ਜੀ। ਤੇ ਸਮਰੱਥ ਰਾਮਦਾਸ ਜੀ ਇਹ ਉੱਥੇ ਕਸ਼ਮੀਰ ਦੀਆਂ ਵਾਦੀਆਂ ਦੇ ਵਿੱਚ ਭਗਤੀ ਕਰ ਰਹੇ ਸਨ। ਜਦੋਂ ਇਹਨਾਂ ਨੂੰ ਪਤਾ ਚੱਲਿਆ ਕਿ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਗੱਦੀ ਨਸ਼ੀਨ ਛੇਵੇਂ ਪਾਤਸ਼ਾਹ ਜੀ ਆਏ ਹਨ,
ਸਮਰਥ ਰਾਮਦਾਸ ਜੀ ਆਏ ਤੇ ਫਿਰ ਆ ਕਰਕੇ ਜਦੋਂ ਉਹਨਾਂ ਨੇ ਦਰਸ਼ਨ ਕਰਨੇ ਕੀਤੇ, ਵੇਖ ਕਰਕੇ ਮਨ ਉਹਨਾਂ ਦਾ ਵਿਚਲਿਤ ਹੋ ਗਿਆ। ਉਹਨਾਂ ਦੇ ਮਨ ਦੇ ਵਿੱਚ ਆਇਆ ਕਿ ਮਨਾ ਇਹ ਆਪਣੇ ਆਪ ਨੂੰ ਸੰਤ ਅਖਵਾਉਂਦੇ ਹਨ, ਤੇ ਸੰਤ ਜਿਹੜਾ ਹੈ ਉਹ ਹੱਥ ਦੇ ਵਿੱਚ ਮਾਲਾ ਧਾਰਨ ਕਰਦਾ ਹੈ। ਇਹਨਾਂ ਨੇ ਮਾਲਾ ਵੀ ਧਾਰਨ ਕਰਨੀ ਕੀਤੀ ਤੇ ਸ਼ਸਤਰਧਾਰੀ ਵੀ ਹਨ। ਆਮ ਆਪਾਂ ਵੇਖਦੇ ਹਾਂ ਸਾਧੂ ਜਿਹੜਾ ਹੁੰਦਾ ਸੰਤ ਵਿਰਕਤ ਹੁੰਦਾ ਹੈ, ਤੇ ਇਹ ਜਿਹੜੇ ਹਨ ਆਪਣੇ ਆਪ ਨੂੰ ਸਾਧੂ ਅਖਵਾਉਂਦੇ, ਤੇ ਨਾਲ ਇਹਨਾਂ ਦਾ ਐਸ਼ਵਰਜ ਵੀ ਰਾਜੇ ਮਹਾਰਾਜਿਆਂ ਦੇ ਵਰਗਾ ਐਸ਼ਵਰਜ ਹੈ। ਇਹਨਾਂ ਦੇ ਅੱਗੇ ਰਾਜੇ ਮਹਾਰਾਜਿਆਂ ਦਾ ਐਸ਼ਵਰਜ ਵੀ ਜਿਹੜਾ ਫਿੱਕਾ ਪੈ ਰਿਹਾ। ਜਿਹੜੇ ਸਾਧੂ ਸੰਤ ਹੁੰਦੇ ਬ੍ਰਹਮਚਾਰੀ ਹੁੰਦੇ, ਸਤਿਗੁਰੂ ਮਹਾਰਾਜ ਜੀ ਨੇ ਵਿਵਾਹ ਕਾਰਜ ਕਰਨਾ ਕੀਤਾ। ਇਹਨਾਂ ਦੇ 5 ਸਾਹਿਬਜ਼ਾਦੇ 5 ਪੁੱਤਰ ਹਨ। ਇਹ ਸਾਧੂ ਸੰਤ ਕਿਸ ਤਰ੍ਹਾਂ ਹੈ? ਤੇ ਉਹਦੇ ਮਨ ਦੇ ਵਿੱਚ ਜਦੋਂ ਇਹ ਸ਼ੰਕਾ ਆਇਆ ਹੈ, ਤੇ ਉਸ ਵੇਲੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਸੰਤ ਜੀ ਤੁਸੀਂ ਬਾਹਰੀ ਲਿਬਾਸ ਵੇਖ ਕਰਕੇ ਕਿਉਂ ਭਰਮਿਤ ਹੋ ਰਹੇ ਹੋ? ਸਾਡੇ ਸ਼ਾਸਤਰਾਂ ਨੂੰ ਵੇਖ ਕਰਕੇ ਤੁਹਾਨੂੰ ਲੱਗ ਰਿਹਾ ਕਿ ਭਾਈ ਮੈਂ ਸੂਰਮਾ ਹਾਂ। ਬੇਸ਼ੱਕ ਬਾਹਰੀ ਤੌਰ ਤੇ ਕੋਈ ਜਰਵਾਣਾ ਕੋਈ ਵੈਰੀ ਚੜ ਕੇ ਆ ਜਾਵੇ, ਤੇ ਇਹ ਸ਼ਾਸਤਰ ਜਿਹੜੇ ਹਨ ਗਰੀਬ ਕੀ ਰੱਖਿਆ ਅਤੇ ਜਰਵਾਣੇ ਕੀ ਭਖਿਆ ਦੇ ਲਈ ਅਸਾਂ ਨੇ ਧਾਰਨ ਕਰਨਾ ਕੀਤਾ। ਮਹਾਰਾਜ ਨੇ ਕਿਹਾ ਬਾਤਨ ਫਕੀਰੀ ਜ਼ਾਹਰ ਅਮੀਰੀ। ਮਹਾਰਾਜ ਨੇ ਕਿਹਾ ਕਿ ਜਦੋਂ ਅਸੀਂ ਕੋਈ ਵੈਰੀ ਆ ਜਾਵੇ ਫਿਰ ਉਹਦੇ ਨਾਲ ਸ਼ਾਂਤੀ ਰਸ ਦੇ ਨਾਲ ਨਹੀਂ, ਉਹਦੇ ਨਾਲ ਵੀਰ ਰਸ ਦੇ ਨਾਲ ਮਿਲਦੇ ਹਾਂ। ਕੋਈ ਪ੍ਰੇਮੀ ਆ ਜਾਵੇ ਪ੍ਰੇਮ ਰਸ ਦੇ ਨਾਲ ਸ਼ਾਂਤੀ ਰਸ ਦੇ ਨਾਲ ਮਿਲਦੇ। ਤੇ ਬਾਹਰੀ ਪਹਿਰਾਵਾ ਵੇਖ ਕਰਕੇ ਕਿਉਂ ਮਨ ਵਿੱਚ ਵਿਚਲਿਤ ਹੋ ਰਹੇ ਹੋ? ਧਿਆਨ ਲਾ ਕਰਕੇ ਵੇਖੋ, ਅੰਦਰ ਤਾਂ ਉਹੀ ਬ੍ਰਹਮ ਗਿਆਨ ਸਾਡਾ ਦਗਮਗਾ ਰਿਹਾ ਹੈ। ਉਹੀ ਸ਼ਾਂਤੀ ਕਰੁਣਾ, ਉਹੀ ਵੈਰਾਗ ਆਨੰਦ ਜਿਹੜਾ ਹੈ ਸਾਡੇ ਅੰਦਰ ਭਰਿਆ ਹੋਇਆ ਹੈ। ਬਾਤਨ ਫਕੀਰੀ ਜ਼ਾਹਰ ਅਮੀਰੀ ਮਹਾਰਾਜ ਨੇ ਕਿਹਾ, ਤੇ ਨਾਲ ਉੱਥੇ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ। ਉੱਥੇ ਸਿੱਖਿਆ ਦਿੱਤੀ ਹੈ ਕਿ ਔਰਤ ਈਮਾਨ। ਉਹਨੇ ਕਿਹਾ ਸੀ ਨਾ ਔਰਤ ਕੀ ਹੈ ਤੇ ਵੈਰਾਗ ਕੀ ਹੈ, ਤੇ ਮਹਾਰਾਜ ਨੇ ਕਿਹਾ ਔਰਤ ਈਮਾਨ ਹੈ। ਪੁੱਤਰ ਕੀ ਹੈ ਤੇ ਵੈਰਾਗ ਤਿਆਗ ਕੀ ਹੈ? ਪੁੱਤਰ ਨਿਸ਼ਾਨ ਹੈ। ਤੇ ਦੌਲਤ ਕੀ ਹੈ? ਦੌਲਤ ਮਹਾਰਾਜ ਜੀ ਨੇ ਕਿਹਾ ਗੁਜ਼ਰਾਨ ਹੈ। ਸਾਧੂ ਕੌਣ ਹਨ? ਮਹਾਰਾਜ ਨੇ ਕਿਹਾ ਸਾਧੂ ਉਹ ਹੈ, ਸਾਧੂ ਨਾ ਹਿੰਦੂ ਹੈ ਨਾ ਮੁਸਲਮਾਨ ਹੈ, ਜਿਹੜਾ ਰੱਬ ਤੱਕ ਪਹੁੰਚ ਜਾਂਦਾ ਉਹ ਸਾਰੇ ਧਰਮਾਂ ਤੋਂ ਉੱਚਾ ਉੱਠ ਜਾਂਦਾ। ਸਤਿਗੁਰੂ ਮਹਾਰਾਜ ਜੀ ਦਾ ਇਹੋ ਜਿਹਾ ਰੂਪ ਵੇਖ ਕਰਕੇ, ਸੰਤ ਦਾ ਰੂਪ ਅਤੇ ਸਿਪਾਹੀ ਦਾ ਰੂਪ, ਕਿਉਂਕਿ ਸਤਿਗੁਰੂ ਮਹਾਰਾਜ ਜੀ ਨੇ ਜਿਸ ਤਰ੍ਹਾਂ ਗੰਗਾ ਅਤੇ ਜਮੁਨਾ ਦੋ ਨਦੀਆਂ ਮਿਲ ਜਾਂਦੀਆਂ, ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਜੀ ਨੇ ਸਿੱਖਾਂ ਨੂੰ ਸਾਧੂ ਤੇ ਸੰਤ ਵੀ ਬਣਾਇਆ ਤੇ ਸਿਪਾਹੀ ਵੀ ਬਣਾਉਣਾ ਕੀਤਾ। ਯਾਦ ਰੱਖੋ, ਪਹਿਲੇ ਗੁਰੂ ਕਾ ਖਾਲਸਾ ਸੰਤ ਹੈ। ਗੁਰੂ ਕਾ ਖਾਲਸਾ ਆਪਣੇ ਆਪ ਦੇ ਵਿੱਚ ਸੰਤ ਹੈ, ਲੇਕਿਨ ਕੋਈ ਸਾਡੇ ਉੱਤੇ ਚੜ ਕੇ ਆਵੇ, ਸਾਡੇ ਉੱਤੇ ਅਤਿਆਚਾਰ ਕਰਨਾ ਕਰੇ, ਦੇਸ਼ ਧਰਮ ਦੀ ਕੌਮ ਦੀ ਪਰਿਵਾਰ ਦੀ ਰੱਖਿਆ ਕਰਨ ਦੇ ਲਈ, ਫਿਰ ਗੁਰੂ ਕਾ ਖਾਲਸਾ ਜਿਹੜਾ ਸੰਤ ਨਹੀਂ ਰਹਿ ਜਾਂਦਾ। ਫਿਰ ਮਹਾਰਾਜ ਨੇ ਕਿਹਾ ਕਿ ਗੁਰੂ ਕਾ ਖਾਲਸਾ ਸਿਪਾਹੀ ਬਣ ਜਾਵੇ। ਫਿਰ ਸਿਪਾਹੀ ਬਣ ਕੇ ਗੁਰੂ ਕਾ ਖਾਲਸਾ ਉਹਨਾਂ ਦਾ ਮੁਕਾਬਲਾ ਕਰਦਾ ਹੈ। ਸੰਤ ਸਿਪਾਹੀ ਦਾ ਮਹਾਰਾਜ ਜੀ ਨੇ ਸੁਮੇਲ ਕਰਨਾ ਕੀਤਾ। ਸ਼ਕਤੀ ਦਾ ਤੇ ਭਗਤੀ ਦਾ ਸੁਮੇਲ ਕਰਨਾ ਕੀਤਾ। ਪੀਰੀ ਦਾ ਅਤੇ ਮੀਰੀ ਦਾ ਸਤਿਗੁਰੂ ਮਹਾਰਾਜ ਜੀ ਨੇ ਸੁਮੇਲ ਕਰਨਾ ਕੀਤਾ। ਇਹ ਦੋ ਤਲਵਾਰਾਂ ਇਹ ਪ੍ਰਤੀਕ ਹਨ, ਪੀਰੀ ਅਤੇ ਮੀਰੀ। ਪੀਰੀ ਤੇ ਮੀਰੀ ਦਾ ਮਤਲਬ ਹੁੰਦਾ ਇਹ ਇੱਕ ਰਾਜਸੀ ਸ਼ਕਤੀ ਸੱਤਾ ਜਿਹੜੀ ਹੈ ਉਹਨੂੰ ਸਾਧ ਸੰਗਤ ਜੀ ਮੀਰੀ ਬੋਲਦੇ ਹਨ। ਪੀਰੀ ਦਾ ਮਤਲਬ ਹੁੰਦਾ ਜੋ ਦੈਵੀ ਸ਼ਕਤੀਆਂ ਜਿਹੜੀਆਂ ਹਨ, ਪਾਰਲੌਕਿਕ ਸ਼ਕਤੀਆਂ, ਉਹਨੂੰ ਉਹ ਪੀਰੀ ਬੋਲਦੇ ਹਨ। ਇਸ ਕਰਕੇ ਇਸਲਾਮੀ ਮਤ ਦੇ ਵਿੱਚ ਉਹ ਆਪਣੇ ਸਾਧੂ ਸੰਤ ਨੂੰ ਪੀਰ ਜੀ ਬੋਲਦੇ, ਰਾਜੇ ਰਜਵਾੜਿਆਂ ਨੂੰ ਉਹ ਮੀਰ ਬੋਲਦੇ ਹਨ। ਸਤਿਗੁਰੂ ਮਹਾਰਾਜ ਜੀ ਨੇ ਫਿਰ ਇਹ ਦੋ ਸ੍ਰੀ ਸਾਹਿਬਾਂ ਧਾਰਨ ਕਰਕੇ ਇਹਦਾ ਸੁਮੇਲ ਕਰਕੇ ਕਿਹਾ ਕਿ ਭਾਈ ਅਸੀਂ ਪੀਰੀ ਵੀ ਹਾਂ ਤੇ ਮੀਰੀ ਵੀ ਹਾਂ। ਭਾਵ ਕਿ ਮੀਰੀ ਅਤੇ ਪੀਰੀ ਦਾ ਸਿਧਾਂਤ ਸਤਿਗੁਰੂ ਮਹਾਰਾਜ ਜੀ ਨੇ ਦ੍ਰਿੜ ਕਰਨਾ ਕੀਤਾ ਕਿ ਗੁਰੂ ਕਾ ਸਿੱਖ ਇਹ ਪੀਰੀ ਵੀ ਹੈ, ਇਹ ਪੀਰਾਨ ਪੀਰ ਹੈ, ਤੇ ਜਦੋਂ ਫਿਰ ਕੋਈ ਚੜ ਕੇ ਆਵੇ ਤੇ ਗੁਰੂ ਕਾ ਖਾਲਸਾ ਮੀਰਾਨ ਮੀਰ ਹੈ। ਇਹੋ ਜਿਹੇ ਸਤਿਗੁਰੂ ਜੀ ਹਨ। ਜੰਗ ਦੇ ਵਿੱਚ ਜਿਹੜੇ ਵੀਰ ਰਸ ਦੇ ਵਿੱਚ ਆ ਕਰਕੇ ਜੰਗ ਕਰਦੇ,
ਲੇਕਿਨ ਮਹਾਰਾਜ ਜੀ ਦਾ ਹਿਰਦਾ ਜਿਹੜਾ ਹੈ ਬ੍ਰਹਮ ਗਿਆਨ ਦੇ ਵਿੱਚ ਸਥਿਤ ਹੈ। ਸ੍ਰੀ ਹਰਿ ਗੋਬਿੰਦ ਚੰਦ ਪਦ ਬੰਧਨ ਸਿਰ ਤੇ ਠਾਨ। ਇਹੋ ਜਿਹੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਬਾਰੰਬਾਰ ਸਿਰ ਧਰ ਕਰਕੇ ਮੈਂ ਮੱਥਾ ਟੇਕ ਰਿਹਾ ਹਾਂ। ਕਰੇ ਰੰਕ ਰਾਜਾ ਅਧਿਕ ਅਬ ਲਾਭਿਤ ਪ੍ਰਤਾਪ। ਸਤਵੇਂ ਪਾਤਸ਼ਾਹ ਜੀ ਦਾ ਮੰਗਲ ਕਰਦਿਆਂ ਕਵੀ ਰਾਜ ਜੀ ਨੇ ਇੱਕ ਦ੍ਰਿਸ਼ਟਾਂਤ ਦਿੱਤਾ। ਇਹ ਸਿਰਫ ਇਸ਼ਾਰਾ ਹੈ, ਟੂਕ ਮਾਤਰ ਇਸ਼ਾਰਾ। ਸਤਿਗੁਰੂ ਮਹਾਰਾਜ ਜੀ ਜਦੋਂ ਮਾਲਵੇ ਦੀ ਧਰਤੀ ਦੇ ਵਿੱਚ ਸਨ, ਮਾਲਵੇ ਦੀ ਧਰਤੀ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਜਦੋਂ ਗਏ ਤੇ ਇੱਕ ਗੁਰੂ ਕਾ ਸਿੱਖ ਹੋਇਆ ਭਾਈ ਕਾਲਾ ਕਰਕੇ। ਇਹ ਸਾਧ ਸੰਗਤ ਜੀ ਅਸਲ ਦੇ ਵਿੱਚ ਰਾਜਸਥਾਨ ਦੇ ਵਸਨੀਕ ਸਨ, ਖਾਨਾ ਬਦੋਸ਼ ਜ਼ਿੰਦਗੀ ਜਿਉਣ ਵਾਲੇ। ਤੇ ਇਹਦਾ ਵੱਡਾ ਭਰਾ ਜਿਹੜਾ ਹੈ ਜੰਗ ਕਰਦਿਆਂ ਹੋਇਆ ਉਹ ਸ਼ਹੀਦ ਹੋ ਗਿਆ, ਵੀਰ ਗਤੀ ਨੂੰ ਪ੍ਰਾਪਤ ਹੋ ਗਿਆ। ਤੇ ਉਹਨੇ ਆਪਣੇ ਛੋਟੇ ਭਰਾ ਕਾਲੇ ਨੂੰ ਫਿਰ ਆਪਣੇ ਬੱਚੇ ਸੌਂਪ ਦਿੱਤੇ। ਉਹਨਾਂ ਦੋ ਬੱਚਿਆਂ ਦਾ ਨਾਮ ਸੀ, ਇੱਕ ਦਾ ਨਾਮ ਸੀ ਫੂਲ ਅਤੇ ਦੂਜੇ ਦਾ ਨਾਮ ਸੰਦਲੀ ਸੀ। ਤੇ ਭਾਈ ਕਾਲੇ ਨੇ ਕਿਹਾ, ਗਰੀਬੀ ਬਹੁਤ ਜ਼ਿਆਦੀ ਸੀ ਤੇ ਇਹਨਾਂ ਦੇ ਲਾਲਣ ਪਾਲਣ ਕਰਨ ਦੇ ਲਈ ਇਹ ਦੋ ਛੋਟੇ ਬੱਚੇ ਇਹਨਾਂ ਦੇ ਬਸਤਰਾਂ ਤੋਂ ਨੰਗਾ ਕਰਕੇ ਮਹਾਰਾਜ ਜੀ ਦੇ ਅੱਗੇ ਤਰਲਾ ਲੈਣ ਦੇ ਲਈ ਇਹਨਾਂ ਦੇ ਬਸਤਰ ਲਾ ਦਿੱਤੇ। ਛੋਟੇ ਬੱਚੇ ਸਨ, 8-10 ਸਾਲ ਦੀ ਇਹਨਾਂ ਦੀ ਉਮਰ ਹੋਵੇਗੀ। ਤੇ ਭਾਈ ਕਾਲੇ ਨੇ ਸਮਝਾਇਆ, ਭਾਈ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਤੋਂ ਬਖਸ਼ਿਸ਼ਾਂ ਲੈਣੀਆਂ ਤੇ ਆਪਾਂ ਨਿਮਾਣੇ ਬਣ ਕੇ ਚੱਲੀਏ। ਤੇ ਉਹਨਾਂ ਦੇ ਬਸਤਰ ਲਾ ਕਰਕੇ ਕਿਹਾ, ਬੱਚਿਓ ਮਹਾਰਾਜ ਦੇ ਦਰਬਾਰ ਦੇ ਵਿੱਚ ਢਿੱਡ ਖੜਕਾਉਂਦੇ ਹੋਏ ਜਾਓ। ਜਦੋਂ ਮਹਾਰਾਜ ਨੇ ਕਿਹਾ ਕਿ ਭਾਈ ਇਹ ਬੱਚੇ ਢਿੱਡ ਕਿਉਂ ਖੜਕਾ ਰਹੇ ਹਨ, ਭਾਈ ਕਾਲਿਆ ਦੱਸ ਇਹਨਾਂ ਦੇ ਬਸਤਰ ਕਿੱਥੇ ਗਏ। ਤੇ ਭਾਈ ਕਾਲੇ ਨੇ ਕਿਹਾ, ਮਹਾਰਾਜ ਇਹ ਬਹੁਤ ਦੁਖੀ ਹਨ, ਬੜੇ ਗਰੀਬ ਹਨ, ਬਸਤਰ ਪਾਉਣ ਦੇ ਲਈ ਨਹੀਂ ਹੈ, ਇਸ ਕਰਕੇ ਅਲਫ ਨੰਗੇ ਹਨ, ਢਿੱਡ ਇਸ ਕਰਕੇ ਖੜਕਾ ਰਹੇ, ਇਹਨਾਂ ਨੂੰ ਪ੍ਰਸ਼ਾਦਾ ਪਾਣੀ ਵੀ ਪ੍ਰਾਪਤ ਨਹੀਂ ਹੁੰਦਾ। ਭੁੱਖ ਦੇ ਮਾਰੇ ਆਪਣਾ ਢਿੱਡ ਖੜਕਾਉਂਦੇ ਹੋਏ ਤੁਹਾਡੇ ਚਰਨਾਂ ਦੇ ਵਿੱਚ ਮਹਾਰਾਜ ਇਹ ਮੰਗ ਕਰਨ ਦੇ ਲਈ, ਬੇਨਤੀਆਂ ਕਰਨ ਦੇ ਲਈ ਆਏ। ਸਤਿਗੁਰੂ ਮਹਾਰਾਜ ਜੀ ਪ੍ਰਸੰਨ ਹੋ ਗਏ। ਮਹਾਰਾਜ ਨੇ ਕਿਹਾ ਕਿ ਭਾਈ ਇਹ ਅੱਜ ਜਿਹੜੇ ਢਿੱਡ ਖੜਕਾ ਰਹੇ ਹਨ ਤੇ ਅੱਗੇ ਜਾ ਕਰਕੇ ਇਹਨਾਂ ਦੇ ਵੱਡੇ ਵੱਡੇ ਲੰਗਰ ਚੱਲਣਗੇ। ਅੱਜ ਤਨ ਦੇ ਉੱਤੇ ਕੱਪੜਾ ਨਹੀਂ ਹੈ ਤੇ ਸਮਾਂ ਇਹੋ ਜਿਹਾ ਆਵੇਗਾ, ਧਰਤੀ ਦੇ ਮਾਲਕ ਰਾਜੇ ਬਣ ਜਾਣਗੇ, ਇਹਨਾਂ ਤੋਂ ਹਜ਼ਾਰਾਂ ਲੱਖਾਂ ਲੋਕਾਂ ਨੂੰ ਵਸਤਰਾਂ ਦਾ ਦਾਨ ਪ੍ਰਾਪਤ ਹੋਵੇਗਾ। ਅੱਜ ਬਹੁਤ ਗਰੀਬੀ ਹੈ। ਇਹਨਾਂ ਦੇ ਘੋੜੇ ਜਮਨਾ ਪਾਰ ਜਾ ਕਰਕੇ, ਦਿੱਲੀ ਵਿੱਚ ਜਾ ਕਰਕੇ ਪਾਣੀ ਪੀ ਕਰਕੇ ਆਉਣਗੇ। ਭਾਵ ਕਿ ਮਹਾਰਾਜ ਨੇ ਵਰ ਦਿੱਤਾ ਕਿ ਇੰਨਾ ਵੱਡਾ ਸਾਮਰਾਜ ਹੋਵੇਗਾ ਇਹਨਾਂ ਬੱਚਿਆਂ ਦਾ, ਅੱਗੇ ਜਾ ਕਰਕੇ ਦਿੱਲੀ ਤੱਕ ਇਹਨਾਂ ਦਾ ਸਾਮਰਾਜ ਹੋ ਜਾਵੇਗਾ। ਉਹ ਬਚਨ ਮਹਾਰਾਜ ਜੀ ਦਾ ਫਿਰ ਫਲੀਭੂਤ ਹੋਇਆ। ਭਾਈ ਫੂਲ ਅਤੇ ਸੰਦਲੀ ਜੋ ਪੰਜਾਬ ਦੇ ਵਿੱਚ ਪਟਿਆਲਾ ਤੇ ਕਪੂਰਥਲਾ, ਨਾਭਾ ਆਦਿਕ, ਜੀਂਦ ਆਦਿਕ ਦੇ ਇਹ ਰਿਆਸਤ ਜਿਹੜੇ ਹਨ, ਸਾਧ ਸੰਗਤ ਜੀ ਇਹ ਸਾਰੇ ਜਿਹੜੇ ਹਨ ਭਾਈ ਫੂਲ ਅਤੇ ਸੰਦਲੀ, ਇਹਨਾਂ ਦੇ ਅੱਗੇ ਪਰਿਵਾਰ ਵਾਲੇ ਜੋ ਅੱਜ ਵੀ ਕਵੀ ਰਾਜ ਜੀ ਨੇ ਕਿਹਾ ਪੰਜਾਬ ਦੀ ਧਰਤੀ ਦੇ ਵਿੱਚ ਰਾਜ ਕਰ ਰਹੇ। ਅੱਜ ਵੀ ਇਹਨਾਂ ਦੀਆਂ ਰਿਆਸਤਾਂ, ਪਟਿਆਲੇ ਦੀ ਰਿਆਸਤ ਜਿਹੜੀ ਹੈ, ਨਾਭਾ ਜਿਹੜੀ ਹੈ, ਨਾਭਾ ਸਟੇਟ, ਨਾਭੇ ਦੀ ਰਿਆਸਤ ਉਹ ਵੀ ਚੱਲਦੀ ਹੈ। ਸਤਿਗੁਰੂ ਮਹਾਰਾਜ ਜੀ ਦਾ ਬਚਨ ਜੋ ਰਾਜ ਪਾੜ ਦਿੱਤਾ ਸੀ ਨਾ ਗਰੀਬ ਬੱਚਿਆਂ ਨੂੰ, ਅੱਜ ਵੀ ਉਹਨਾਂ ਦੇ ਪਰਿਵਾਰ ਵਾਲੇ ਉਸ ਇਲਾਕਿਆਂ ਦੇ ਵਿੱਚ ਰਾਜੇ ਬਣ ਕੇ ਰਾਜ ਕਰ ਰਹੇ ਹਨ। ਸ੍ਰੀ ਸਤਿਗੁਰ ਹਰਿ ਰਾਏ ਜੀ ਹਰਤਾ ਪਾਪ ਕਲਾਪ। ਇਹੋ ਜਿਹੇ ਧੰਨ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੋ ਸਾਰੇ ਪਾਪਾਂ ਦੇ ਨਾਸ਼ ਕਰਨ ਵਾਲੇ ਹਨ। ਇੰਨੀਆਂ ਕੋ ਸਾਧ ਸੰਗਤ ਜੀ ਬੇਨਤੀਆਂ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦੇ ਹਾਂ। ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ, ਅੱਗੇ ਤੋਂ ਸਮਤ ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਘਨਾਸ, ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਦਾਸ, ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ, ਹੈ ਗੋਬਿੰਦ ਹੈ ਗੁਣ ਨਿਧਾਨ, ਜਾਂ ਕੈ ਸਦਾ ਵਿਵੇਕ, ਹੈ ਅਪਰੰਪਰ ਹਰ ਹਰੇ, ਹੈ ਪੀ ਹੋਵਨਹਾਰ, हे संतां कै सदा संग निधारा आधार, है ठाकुर हों दास रो निर्गुण गुण नहीं कोई, नानक दीजै नाम दान राखो हिया परोए, आए प्रभ शरणागति कृपा निध दयाल, एक अखर हर मन बसत नानक होत निहाल, वाहिगुरु नाम जहाज है चढ़ै सो तरै पार, जो
ਸ਼ਰਧਾ ਕਰ ਸੇਵੰਦੇ ਗੁਰ ਭਾਰ ਉਤਾਰਣ ਹਾਰ। ਕਥਾ ਨਿਤਾ ਪ੍ਰਤ ਹੋਤ ਹੈ ਸੁਣਹੁ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਆਹੋ ਆਹੋ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਜੋਤੀ ਪਿਆਰੇ ਗੋਬਿੰਦ ਸਿੰਘ ਜੀ। ਜੋਤੀ ਪਿਆਰੇ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ ਮਾਫੀ ਬਖਸ਼ਣੀਆਂ। ਅੱਗੇ ਤੋਂ ਸਮਤ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਬੋਲੇ